ਆਪਨੜੈ ਹੱਥ ਆਰਸੀ ਆਪੇ ਹੀ ਦੇਖੈ, ਆਪੇ ਦੇਖ ਦਿਖਾਏਂਦਾ ਛੇ ਦਰਸ਼ਨ ਭੀਖੈ। ਭਾਈ ਗੁਰਦਾਸ ਸਾਹਿਬ ਜੀ ਦੀ ਦੂਜੀ ਵਾਰ ਦੀ ਇਹ ਪਹਿਲੀ ਪੌੜੀ ਹੈ ਤੇ ਇਸ ਵਾਰ ਦਾ ਜਿਹੜਾ ਸਬਜੈਕਟ ਹੈ, ਜੋ ਵਿਸ਼ਾ ਹੈ, ਉਹ ਲਗਭਗ ਇਸ ਗੱਲ ਦੇ ਦੁਆਲੇ ਹੈ ਵੀ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਦੇ ਉੱਤੇ ਹੈ, ਪਰ ਉਹਦੀ ਹੋਂਦ, ਉਹਦੇ ਬਾਰੇ ਪਤਾ ਜ਼ਿਆਦਾ ਕਿੱਥੇ ਕਿੱਥੇ ਲੱਗਦਾ ਹੈ ਸਾਰੀਆਂ ਥਾਵਾਂ ਦੇ ਉੱਤੇ, ਪਰ ਉਹਦੇ ਬਾਰੇ ਜ਼ਿਆਦਾ ਪਤਾ ਕਿੱਥੇ ਲੱਗਦਾ ਹੈ ਜਿੱਦਾਂ ਗੱਲ ਆਵੇਗੀ ਸਾਧ ਸੰਗਤ ਦੀ, ਗੱਲ ਆਵੇਗੀ ਗੁਰਮੁਖਾਂ ਦੀ, ਉਹਨਾਂ ਦੀ ਜਿਨ੍ਹਾਂ ਦੇ ਅੰਦਰੋਂ ਮਾਲਕ ਪ੍ਰਗਟ ਹੁੰਦਾ ਹੈ, ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਇਹ ਗੱਲਾਂ ਬਾਹਰ ਆਉਂਦੀਆਂ ਨੇ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੂੰ ਸਮਝਣ ਦਾ ਇੱਕ ਤਰੀਕਾ ਹੈ। ਹੁਣ ਅਸੀਂ ਗੁਰੂ ਸਾਹਿਬਾਨ ਵਾਲੇ ਸਬਜੈਕਟ ਤੋਂ ਜਦੋਂ ਅੱਗੇ ਆ ਗਏ ਹਾਂ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਹੁਣ ਗੁਰਮਤਿ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ ਹੈ। ਇਸ ਕਰਕੇ ਜਿਹੜੇ ਸਾਡੇ ਪੁਰਾਣੇ ਸੋਰਸ ਹੁੰਦੇ ਸੀ ਉਹ ਇਸ ਗੱਲ ਨੂੰ ਕਹਿੰਦੇ ਨੇ ਵੀ ਭਾਈ ਗੁਰਦਾਸ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਜਿਹੜੀ ਇਹਨਾਂ ਦੀ ਰਚਨਾ ਹੈ, ਇਹ ਗੁਰਬਾਣੀ ਦੀ ਕੁੰਜੀ ਹੈ, ਮਤਲਬ ਗੁਰਬਾਣੀ ਦੀ ਚਾਬੀ ਹੈ। ਇਹ ਇਸ ਕਰਕੇ ਕਿਹਾ ਜਾਂਦਾ ਹੁੰਦਾ ਹੈ ਵੀ ਭਾਈ ਗੁਰਦਾਸ ਸਾਹਿਬ ਨੇ ਜਦੋਂ ਸਾਨੂੰ ਇੱਕ ਗੱਲ ਸਮਝਾਈ ਹੈ ਨਾ, ਤੇ ਇੱਕ ਗੱਲ ਸਮਝਾਉਣ ਲੱਗਿਆਂ ਉਹਨਾਂ ਨੇ ਸਾਨੂੰ ਕਈ ਉਦਾਹਰਨਾਂ ਦਿੱਤੀਆਂ ਨੇ। ਹੁਣ ਜਿੱਦਾਂ ਇੱਥੇ ਆਵੇਗਾ, ਇਹ ਲਗਭਗ ਸਾਰੀ ਵਾਰ ਦੀਆਂ 6 ਜਿਹੜੀ ਪੌੜੀ ਹੈ, ਹਰ ਪੌੜੀ ਦੀਆਂ 6 ਪੰਕਤੀਆਂ ਨੇ, ਇੱਥੇ ਵੀ ਆਉਣਗੀਆਂ। ਤੇ ਇਹਨਾਂ ਦੇ ਵਿੱਚ ਤੇ ਇੱਕ ਚੀਜ਼ ਦੀ ਉਦਾਹਰਣ ਲੈ ਲਈ ਹੈ, ਅੱਗੇ ਕਈ ਥਾਵਾਂ ਦੇ ਉੱਤੇ ਆਵੇਗਾ ਵੀ ਇੱਕ ਗੱਲ ਨੂੰ ਸਮਝਾਉਣ ਦੇ ਲਈ 5 ਉਦਾਹਰਨਾਂ ਵੀ ਭਾਈ ਗੁਰਦਾਸ ਸਾਹਿਬ ਨੇ ਵਰਤੀਆਂ ਹੋਈਆਂ ਨੇ। ਤੇ ਲਗਭਗ ਜਿਹੜਾ ਸਿਧਾਂਤ ਹੁੰਦਾ ਹੈ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦਾ, ਵੀ ਜਿੱਥੋਂ ਸਾਨੂੰ ਪਤਾ ਲੱਗੇ ਵੀ ਗੱਲ ਕੀ ਕਹਿਣੀ ਚਾਹੁੰਦੇ ਨੇ ਭਾਈ ਗੁਰਦਾਸ ਸਾਹਿਬ, ਉਹ ਆਖਰੀ ਪੰਕਤੀ ਦੇ ਵਿੱਚ ਹੁੰਦਾ ਹੈ। ਬਹੁਤੀ ਵਾਰ ਆਖਰੀ ਪੰਕਤੀ ਦੇ ਵਿੱਚ ਹੁੰਦਾ ਹੈ, ਕਿਸੇ ਵੇਲੇ ਉੱਪਰ ਵੀ ਆ ਸਕਦਾ ਹੈ, ਪਰ ਬਹੁਤਾਤ ਦੇ ਵਿੱਚ ਆਖਰੀ ਪੰਕਤੀ ਦੇ ਵਿੱਚ ਸਿਧਾਂਤ ਹੁੰਦਾ ਹੈ ਵੀ ਜਿੱਥੋਂ ਗੁਰਮਤਿ ਦੀ ਵਿਆਖਿਆ ਗੱਲ ਕੀਤੀ ਜਾਂਦੀ ਹੈ। ਤੇ ਜਿੰਨੀ ਵਾਰ ਵੀ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦਾ ਕੀਰਤਨ ਕੀਤਾ ਜਾਂਦਾ ਹੈ, ਕੋਸ਼ਿਸ਼ ਇਹ ਹੁੰਦੀ ਹੈ ਵੀ ਆਖਰੀ ਪੰਕਤੀ ਨੂੰ ਹੀ ਆਸਰਾ ਬਣਾਇਆ ਜਾਵੇ। ਜਿੱਥੇ ਜਿੱਥੇ ਸਾਰੀਆਂ ਪੰਕਤੀਆਂ ਦੇ ਵਿੱਚ ਗੁਰਮਤਿ ਸਿਧਾਂਤ ਹੈ, ਉੱਥੇ ਕਿਸੇ ਵੀ ਪੰਕਤੀ ਨੂੰ ਬੇਸ ਬਣਾਇਆ ਜਾ ਸਕਦਾ ਹੈ, ਰਹਾਉ ਬਣਾਇਆ ਜਾ ਸਕਦਾ ਹੈ। ਪਰ ਜਿੱਥੇ ਸਿਧਾਂਤ ਦੀ ਗੱਲ ਆਉਣੀ ਹੈ, ਉੱਥੇ ਇੱਕੋ ਪੰਕਤੀ ਨੂੰ, ਉਹ ਆਖਰੀ ਪੰਕਤੀ ਲਗਭਗ ਲਈ ਜਾਂਦੀ ਹੈ। ਅਸੀਂ ਨਾਲੇ ਨਾਲ ਇਹਨਾਂ ਨੂੰ ਵੀ ਵਿਚਾਰਾਂਗੇ। ਜਿਹੜੀ ਅੱਜ ਦੀ ਉਦਾਹਰਣ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੀ, ਉਹਦਾ ਇਹ ਭਾਵ ਹੈ ਮੋਟੇ ਤੌਰ ਦੇ ਉੱਤੇ ਜੇ ਅਸੀਂ ਸਮਝ ਲਈਏ ਵੀ ਹੈ ਤੇ ਵਾਹਿਗੁਰੂ ਹਰ ਥਾਂ ਦੇ ਉੱਤੇ ਹੈ। ਉਹਨੂੰ ਜਿਵੇਂ ਕੋਈ ਵੇਖਣ ਦੀ ਕੋਸ਼ਿਸ਼ ਕਰੇ ਉਵੇਂ ਦਾ ਹੀ ਉਹਨੂੰ ਨਜ਼ਰ ਆ ਜਾਂਦਾ ਹੈ, ਪਰ ਉਹ ਜ਼ਿਆਦਾ ਕਿੱਥੇ ਪ੍ਰਗਟ ਹੋ ਰਿਹਾ ਹੈ, ਉਹ ਸੰਗਤ ਦੇ ਵਿੱਚ ਪ੍ਰਗਟ ਹੋ ਰਿਹਾ ਹੈ। ਇਹ ਲਗਭਗ ਵਿਸ਼ਾ ਹੈ। ਤੇ ਉਦਾਹਰਣ ਉਹਨਾਂ ਨੇ ਲਈ ਹੈ ਸ਼ੀਸ਼ੇ ਦੀ। ਸ਼ਬਦ ਵੇਖੋ, ਆਪਨੜੈ ਹੱਥ ਆਰਸੀ ਆਪੇ ਹੀ ਦੇਖੈ। ਜਿੱਦਾਂ ਕਹਿੰਦੇ ਵੀ ਕਿਸੇ ਬੰਦੇ ਦੇ ਹੱਥ ਦੇ ਵਿੱਚ ਸ਼ੀਸ਼ਾ ਹੋਵੇ, ਵੈਸੇ ਸ਼ੀਸ਼ਾ, ਆਰਸੀ, ਆਇਨਾ, ਇਹ ਸ਼ਬਦ ਆਪਾਂ ਸਮਝਦੇ ਹੀ ਹਾਂ ਸਾਰੇ। ਜਿੱਦਾਂ ਕਿਸੇ ਬੰਦੇ ਦੇ ਹੱਥ ਦੇ ਵਿੱਚ ਸ਼ੀਸ਼ਾ ਹੋਵੇ ਤੇ ਬੰਦਾ ਉਸ ਸ਼ੀਸ਼ੇ ਦੇ ਵਿੱਚ ਆਪਣੀ ਸ਼ਕਲ ਆਪ ਹੀ ਵੇਖਦਾ ਹੈ, ਆਪਣਾ ਆਪ ਹੀ ਵੇਖਦਾ ਹੈ, ਕਿਸੇ ਹੋਰ ਨੂੰ ਤੇ ਵੇਖਦਾ ਨਹੀਂ। ਇੱਦਾਂ ਕਹਿੰਦੇ ਸਮਝ ਲਓ ਵੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨਾ, ਉਹ ਸਾਰੇ ਸੰਸਾਰ ਨੂੰ ਵੇਖਦਾ ਪਿਆ ਹੈ। ਸੰਸਾਰ ਨੂੰ ਵੇਖਣਾ ਉਹਦੇ ਹੱਥ ਦੇ ਵਿੱਚ ਹੈ। ਜਿੱਦਾਂ ਬੰਦਾ ਸੰਸਾਰ ਨੂੰ ਮਾਫ ਕਰਨਾ, ਜਿੱਦਾਂ ਬੰਦਾ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਵੇਖਦਾ ਹੈ ਨਾ, ਆ ਜਿੰਨਾ ਸੰਸਾਰ ਹੈ, ਜਦੋਂ ਰੱਬ ਇਹਨੂੰ ਵੇਖਦਾ ਹੈ, ਸਮਝ ਲਓ ਆਪਣੇ ਆਪ ਨੂੰ ਹੀ ਵੇਖਦਾ ਪਿਆ ਹੈ, ਕਿਸੇ ਹੋਰ ਨੂੰ ਨਹੀਂ ਵੇਖਦਾ ਪਿਆ। ਉਹਦਾ ਆਪਣਾ ਹੀ ਇਹ ਸਾਰਾ ਫੈਲਾਅ ਹੈ। ਉਹਨੇ ਆਪਣੇ ਆਪ ਨੂੰ ਹੀ ਇੱਦਾਂ ਕਹਿ ਲਈਏ ਵੀ ਵੱਡਾ ਕੀਤਾ ਹੋਇਆ ਹੈ। ਜੋ ਕੁਝ ਹੈ ਕਿਸੇ ਵੀ ਰੂਪ ਦੇ ਵਿੱਚ ਹੋਵੇ, ਉਹ ਚਾਹੇ ਇੱਦਾਂ ਕਹਿ ਲਈਏ ਵੀ ਡਾਈਵਰਸਿਟੀ ਹੈ, ਪਰ ਉਹ ਇੰਨੀ ਵੱਡੀ ਹੈ, ਇੰਨੀ ਜ਼ਿਆਦਾ ਵਿਸ਼ਾਲ ਹੈ ਵੀ ਹੈ ਸਾਰਾ ਕੁਝ ਰੱਬ ਦਾ ਰੂਪ ਹੀ ਹੈ, ਉਹਦੇ ਤੋਂ ਬਿਨਾਂ ਕੁਝ ਨਹੀਂ। ਜਿਹਨੂੰ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸਗਲ ਸਮੱਗਰੀ ਜਾਕਾ ਤਨਾ। ਤਨ ਦਾ ਮਤਲਬ ਹੋ ਗਿਆ ਸਰੀਰ, ਵੀ ਰੱਬ ਦਾ ਕੀ ਸਰੀਰ ਹੈ। ਤੇ ਮਹਾਰਾਜ ਜੀ ਨੇ ਫਿਰ ਕੀ ਕਹਿ ਦਿੱਤਾ ਵੀ ਆ ਜਿੰਨਾ ਕੁਝ ਨਜ਼ਰ ਆਉਂਦਾ ਹੈ ਬ੍ਰਹਮੰਡ ਦੇ ਵਿੱਚ, ਇਹ ਸਾਰਾ ਕੁਝ ਉਹਦਾ ਤਨ ਹੀ ਹੈ। ਇਹ ਨਹੀਂ ਵੀ ਕਿਉਂਕਿ ਹੁਣ ਮੂਰਤੀ ਬਣਾਵਾਂਗੇ ਤੇ ਬੜਾ ਕੁਝ ਤੇ ਬਾਹਰ ਰਹਿ ਗਿਆ,
ਸਾਰਾ ਕੁਝ ਤੇ ਬ੍ਰਹਿਮੰਡ ਦਾ ਬ੍ਰਹਿਮੰਡ ਦੇ ਵਿੱਚ ਹੀ ਰਹਿ ਗਿਆ। ਥੋੜੀ ਜੀ ਕਿਸੇ ਨੇ ਮੂਰਤੀ ਬਣਾ ਦਿੱਤੀ ਤੇ ਉਹ ਰੱਬ ਦੀ ਮੂਰਤ ਨਹੀਂ ਅਖਵਾ ਸਕਦੀ ਨਾ। ਸਾਰਾ ਸੰਸਾਰ ਮਹਾਰਾਜ ਕਹਿੰਦੇ ਉਹਦੇ ਬਾਰੇ ਹੀ ਜਾਣਕਾਰੀ ਦਿੰਦਾ ਹੈ। ਜਿੱਦਾਂ ਸਾਡਾ ਤਨ ਸਾਡੇ ਬਾਰੇ ਜਾਣਕਾਰੀ ਦਿੰਦਾ ਹੈ, ਉੱਦਾਂ ਆ ਸਾਰਾ ਬ੍ਰਹਿਮੰਡ ਉਹਦੇ ਬਾਰੇ ਹੀ ਜਾਣਕਾਰੀ ਦਿੰਦਾ ਹੈ। ਸਗਲ ਸਮੱਗਰੀ ਜਾਕਾ ਤਨਾ। ਹੁਣ ਮਹਾਰਾਜ ਕੀ ਕਹਿੰਦੇ ਨੇ, ਆਪਨੜੇ ਹੱਥ ਆਰਸੀ। ਭਾਈ ਗੁਰਦਾਸ ਸਾਹਿਬ, ਰੱਬ ਦੇ ਹੱਥ ਦੇ ਵਿੱਚ ਆਪ ਹੀ ਸ਼ੀਸ਼ਾ ਹੈ, ਆਪੇ ਹੀ ਦੇਖੈ ਤੇ ਆਪ ਹੀ ਸੰਸਾਰ ਨੂੰ ਵੇਖਦਾ ਪਿਆ ਹੈ। ਮਤਲਬ ਜਿੱਦਾਂ ਉਹ ਸੰਸਾਰ ਨੂੰ ਵੇਖਦਾ ਹੈ ਨਾ, ਤੇ ਸੰਸਾਰ ਦੇ ਵਿੱਚੋਂ ਵਾਪਸ ਉਹਨੂੰ ਕੀ ਦਿਸਦਾ ਹੈ, ਆਪਣਾ ਆਪ ਹੀ ਦਿਸਦਾ ਹੈ। ਆਪੇ ਦੇਖ ਦਿਖਾਏਂਦਾ ਛੇ ਦਰਸ਼ਨ ਭੇਖੇ। ਹੁਣ ਜਦੋਂ ਦੇਖਣ ਦਾ ਮਤਲਬ ਹੁੰਦਾ ਹੈ ਸੰਸਾਰ ਨੂੰ ਸੰਭਾਲਣ ਦਾ। ਅਕਸਰ ਅਸੀਂ ਇਸ ਸ਼ਬਦ ਨੂੰ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹੁੰਦੇ ਹਾਂ, ਜਿੱਥੇ ਸ਼ਬਦ ਆਉਂਦਾ ਹੈ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਣ। ਜਾਂ ਅਸੀਂ ਸ਼ਬਦ ਪੜ੍ਹਦੇ ਹਾਂ ਕਰ ਕਰ ਵੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਕਰ ਕਰ ਵੇਖੈ ਕੀਤਾ ਆਪਣਾ, ਜੋ ਉਹਨੇ ਕੀਤਾ ਹੋਇਆ ਹੈ ਉਹਨੂੰ ਵੇਖਦਾ ਪਿਆ ਹੈ। ਜਦ ਕਿਸੇ ਬੱਚੇ ਨੇ ਬੜੀ ਸੋਹਣੀ ਡਰਾਇੰਗ ਬਣਾਈ ਤੇ ਡਰਾਇੰਗ ਬਣਾ ਕੇ ਪੇਂਟਿੰਗ ਬਣਾ ਕੇ ਤੇ ਬਾਅਦ 'ਚ ਉਹਨੂੰ ਵੇਖਦਾ ਪਿਆ ਹੈ ਤੇ ਵੇਖ ਵੇਖ ਕੇ ਖੁਸ਼ ਹੋਈ ਜਾਂਦਾ ਵੀ ਕਿਆ ਕਮਾਲ ਦੀ ਚੀਜ਼ ਬਣ ਗਈ ਹੈ ਮੇਰੇ ਕੋਲ। ਕਿਸੇ ਨੇ ਗਾਇਆ ਬਹੁਤ ਸੋਹਣਾ ਤੇ ਆਪਣੇ ਗਾਏ ਨੂੰ ਆਪ ਸੁਣ ਕੇ ਖੁਸ਼ ਹੋਈ ਜਾਂਦਾ ਵੀ ਮੇਰੇ ਕੋਲੋਂ ਬਹੁਤ ਸੋਹਣਾ ਗਾਇਆ ਗਿਆ। ਇਹ ਹੁੰਦਾ ਹੈ ਆਪਣੀਆਂ ਚੀਜ਼ਾਂ ਦੇ ਵਿੱਚੋਂ ਆਨੰਦ ਲੈਣਾ। ਮਹਾਰਾਜ ਕਹਿੰਦੇ ਰੱਬ ਇੱਦਾਂ ਦਾ ਹੈ ਵੀ ਸ੍ਰਿਸ਼ਟੀ ਨੂੰ ਪਹਿਲਾਂ ਤੇ ਉਹ ਪੈਦਾ ਕਰਦਾ ਹੈ ਤੇ ਫਿਰ ਨਾਲ ਸੰਭਾਲਦਾ ਵੀ ਹੈ। ਤੇ ਸੰਭਾਲਦਾ ਇੱਦਾਂ ਨਹੀਂ ਵੀ ਬੜੀ ਬਿਪਤਾ ਦੇ ਵਿੱਚ, ਬੜੇ ਆਨੰਦ ਦੇ ਵਿੱਚ ਇਸ ਸ੍ਰਿਸ਼ਟੀ ਨੂੰ ਵੇਖਦਾ ਪਿਆ ਹੈ। ਛੇ ਦਰਸ਼ਨ ਭੇਖੈ। ਛੇ ਦਰਸ਼ਨ, ਖਟ ਦਰਸ਼ਨ, ਖਟ ਦਾ ਮਤਲਬ ਵੀ ਛੇ ਹੁੰਦਾ ਹੈ। ਇਹਦਾ ਭਾਵ ਇਹ ਹੁੰਦਾ ਹੈ ਕਿ ਦੁਨੀਆ ਦੀਆਂ, ਕਿਉਂਕਿ ਇੱਥੇ ਤੇ ਗਿਣਤੀ ਛੇ ਦੀ ਆਵੇਗੀ, ਹਿੰਦੁਸਤਾਨ ਦੀ ਬਹੁਤੀ ਜਿਹੜੀ ਫਿਲਾਸਫੀ ਹੈ ਨਾ ਉਹ ਇਹਨਾਂ ਛੇਆਂ ਦੇ ਦੁਆਲੇ ਘੁੰਮਦੀ ਹੈ। ਹਿੰਦੁਸਤਾਨ ਨੂੰ ਇਹਨਾਂ ਜਿਨ੍ਹਾਂ ਨੂੰ 6 ਸਕੂਲਸ ਆਫ ਇੰਡੀਅਨ ਫਿਲਾਸਫੀ ਕਿਹਾ ਜਾਂਦਾ ਹੈ, ਹਿੰਦੁਸਤਾਨ ਦਾ ਲਗਭਗ ਧਾਰਮਿਕ ਜਾਂ ਇਹ ਕਹਿ ਲਈਏ ਵੀ ਜਿਹੜਾ ਨਾਸਤਿਕ ਸਾਹਿਤ ਹੈ ਉਹ ਸਾਰਾ ਇਹਨਾਂ ਦੇ ਦੁਆਲੇ ਹੀ ਘੁੰਮਦਾ ਹੈ। ਕੋਈ ਵੀ ਕਿਵੇਂ ਦਾ ਵੀ ਹੋਵੇ, ਲਗਭਗ ਇੱਦਾਂ ਕਹਿ ਲਈਏ ਵੀ ਇਹਨਾਂ ਦੀ ਗੱਲ ਕਿਤੇ ਨਾ ਕਿਤੇ ਆ ਹੀ ਜਾਂਦੀ ਹੈ। ਇਹ ਜਿਹੜੇ 6 ਸ਼ਾਸਤਰ ਨੇ ਜਿਨ੍ਹਾਂ ਦੇ ਵਿੱਚ ਗੱਲ ਆਉਂਦੀ ਹੈ, ਅਸੀਂ ਯੋਗ ਦੀ ਗੱਲ ਪੜ੍ਹਦੇ ਹਾਂ, ਮੀਮਾਂਸਾ ਹੈ, ਵਿਸ਼ੇਸ਼ਕ ਹੈ, ਨਿਆਏ ਹੈ, ਸਾਂਖ ਹੈ, ਵੇਦਾਂਤ ਹੈ। ਮਹਾਰਾਜ ਕਹਿੰਦੇ ਨੇ ਵੀ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਅਸਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੁਨੀਆ ਦੀਆਂ ਜਿੰਨੀਆਂ ਵੀ ਫਿਲਾਸਫੀਆਂ ਨੇ ਉਹਨਾਂ ਨੂੰ ਪੈਦਾ ਕਰਨ ਵਾਲਾ ਵੀ ਆਪ ਹੈ, ਗਿਆਨ ਦਾ ਦਾਤਾ ਵੀ ਆਪ ਹੈ। ਫਿਲਾਸਫੀਆਂ ਨੂੰ ਪੜ੍ਹ ਕੇ ਵੀ ਆਪ ਹੀ ਖੁਸ਼ ਹੋਈ ਜਾਂਦਾ ਹੈ। ਆਪ ਜੀ ਦੇ ਅੱਗੇ ਇਹ ਗੱਲ ਰੱਖ ਦੇਵਾਂ, ਅਸਲ ਦੇ ਵਿੱਚ ਗੱਲ ਇੱਥੇ ਹੀ ਆਵੇਗੀ ਵੀ ਜਿੰਨਾ ਮਰਜ਼ੀ ਖਿਲਾਰਾ ਹੈ ਉਸ ਖਿਲਾਰੇ ਦਾ ਆਨੰਦ ਫਿਰ ਮਾਲਕ ਲੈ ਰਿਹਾ ਹੈ। ਫਿਲਾਸਫੀ ਪੜ੍ਹ ਕੇ ਤੇ ਕਈਆਂ ਨੂੰ ਬੜਾ ਆਨੰਦ ਆਉਂਦਾ ਹੈ, ਕਈਆਂ ਲਈ ਫਿਲਾਸਫੀ ਬਹੁਤ ਬੋਰਿੰਗ ਸਬਜੈਕਟ ਹੈ, ਕਈਆਂ ਲਈ ਬੜੀ ਆਨੰਦ ਵਾਲੀ ਚੀਜ਼ ਹੈ, ਕਈਆਂ ਹਿਸਟਰੀ ਬੜੀ ਆਨੰਦ ਵਾਲੀ ਹੈ, ਕਈਆਂ ਨੂੰ ਬਿਲਕੁਲ ਠੀਕ ਨਹੀਂ ਲੱਗਦੀ। ਅਕਾਲ ਪੁਰਖ ਵਾਹਿਗੁਰੂ ਨੇ ਕੀ ਕੀਤਾ ਵੀ ਦੁਨੀਆ ਦੀਆਂ 6 ਦਰਸ਼ਨ ਤੇ ਹਿੰਦੁਸਤਾਨ ਦੇ ਕਰਕੇ ਕਹਿ ਦਿੱਤੇ, ਜਿੰਨੀਆਂ ਵੀ ਦੁਨੀਆ ਦੀਆਂ ਫਿਲਾਸਫੀਆਂ ਨੇ ਨਾ ਆਪ ਹੀ ਮਾਲਕ ਪੈਦਾ ਕਰਦਾ ਹੈ ਤੇ ਆਪ ਹੀ ਲੋਕਾਂ ਨੂੰ ਉਹਦੇ ਬਾਰੇ ਸਮਝਾਉਂਦਾ ਹੈ। ਪਹਿਲੀ ਗੱਲ ਤੇ ਇਹ ਆ ਗਈ ਵੀ ਸੰਸਾਰ ਨੂੰ ਵੇਖਦਾ ਹੈ ਤੇ ਆਪਣੇ ਆਪ ਨੂੰ ਵੇਖਦਾ ਹੈ, ਫਿਲਾਸਫੀਆਂ ਵੰਡਦਾ ਹੈ, ਗਿਆਨ ਵੰਡਦਾ ਹੈ ਤੇ ਸਮਝ ਲਓ ਵੀ ਸਾਰੇ ਗਿਆਨਾਂ ਦੇ ਵਿੱਚ ਬੈਠਾ ਆਪ ਹੀ ਆਪਣੇ ਆਪ ਨੂੰ ਸੁਣਦਾ ਪਿਆ ਹੈ। ਹੁਣ ਕਹਿੰਦੇ ਵੇਖੋ, ਸ਼ੀਸ਼ੇ ਦਾ ਇੱਕ ਸੁਭਾਅ ਹੈ, ਜਿਹਾ ਮੂੰਹ ਕਰ ਭਾਲਦਾ ਤੇ ਵੇਹ ਲਿਖੈ। ਜਿਹੋ ਜਿਹੋ ਜਿਹਾ ਬੰਦੇ ਦਾ ਮੂੰਹ ਉਹ ਜਿਹਾ ਸ਼ੀਸ਼ੇ ਦੇ ਵਿੱਚ ਨਜ਼ਰ ਆ ਗਿਆ। ਵੀ ਸ਼ੀਸ਼ਾ ਤੇ ਕਦੀ ਇਹ ਨਹੀਂ ਕਹੇਗਾ ਵੀ ਜੋ ਮੈਂ ਹਾਂ ਉਹ ਨਹੀਂ ਨਜ਼ਰ ਆਵੇਗਾ। ਉਹਨੇ ਇੰਨੀ ਇਮਾਨਦਾਰੀ ਰੱਖੀ, ਕਿਉਂਕਿ ਹੈ ਤੇ ਇੱਕ ਧਾਤ ਹੀ ਹੈ ਨਾ, ਹੈ ਤੇ ਇੱਕ ਮੈਟਲ ਹੀ ਹੈ, ਉਹਨੂੰ ਜਿੱਦਾਂ ਮਰਜ਼ੀ ਕਹਿ ਲਈਏ। ਔਰ ਸ਼ੀਸ਼ੇ ਦੇ ਵਿੱਚ ਜਿਹੋ ਜਿਹਾ ਮੂੰਹ ਕੋਈ ਕਰ ਦਿੰਦਾ ਹੈ ਉਹ ਜਿਹਾ ਉਹਨੂੰ ਉਹਦਾ ਪ੍ਰਤੀਬਿੰਬ ਮਿਲ ਜਾਂਦਾ ਹੈ, ਉਹੋ ਜਿਹਾ ਹੀ ਰਿਫਲੈਕਟ ਹੁੰਦਾ ਹੈ ਜੋ ਬੰਦਾ ਉਹਦੇ ਵਿੱਚ ਵੇਖਦਾ ਪਿਆ ਹੈ। ਸਾਨੂੰ ਸਾਰਿਆਂ ਨੂੰ ਪਤਾ ਇਹ ਥੋੜ੍ਹਾ ਵੀ ਮੈਂ ਆਪਣੀ ਸ਼ਕਲ ਵੇਖਣੀ ਚਾਹਾਂ ਤੇ ਮੇਰੀ ਉੱਥੇ ਨਜ਼ਰ ਨਹੀਂ ਆ ਰਹੀ, ਕਿਸੇ ਹੋਰ ਦੀ ਨਜ਼ਰ ਆ ਗਈ। ਜਿਹੜਾ ਉਹ ਫਿਰ ਸ਼ੀਸ਼ਾ ਕਾਹਦਾ ਹੋਇਆ ਜਿਹੜਾ ਕਿਸੇ ਹੋਰ ਨੂੰ ਵਿਖਾਈ ਜਾਂਦਾ, ਜੋ ਮੈਂ ਵੇਖਾਂਗਾ ਉਹੀ ਵਾਪਸ ਆ ਰਿਹਾ। ਮਹਾਰਾਜ ਕੀ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਕਹਿੰਦੇ ਵੇਖੋ, ਬੰਦਾ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੋ ਜੀ ਮੱਤ ਦੇ ਨਾਲ ਵੇਖਣਾ ਚਾਹੁੰਦਾ ਹੈ ਨਾ, ਉਹਨੂੰ ਉਹੋ ਜਿਹਾ ਹੀ ਨਜ਼ਰ ਆ ਜਾਂਦਾ ਹੈ। ਉਹ ਹੈ ਹੀ ਐਡਾ ਵਿਸ਼ਾਲ ਹੈ। ਜਦੋਂ ਗੁਰਦੁਆਰੇ ਦੇ ਇੱਧਰਲੀ ਸਾਈਡ 'ਤੇ ਕੋਈ ਬੈਠਾ ਹੋਵੇ ਤਾਂ ਉਹ ਕਵੇ ਵੀ ਗੁਰਦੁਆਰੇ ਨੂੰ 3 ਦਰਵਾਜ਼ੇ ਨੇ, ਗਲਤ ਉਹ ਵੀ ਨਹੀਂ ਹੈ। ਤੇ ਇੱਧਰਲੀ ਸਾਈਡ 'ਤੇ ਆਵੇ ਤਾਂ ਉਹ ਕਵੇ ਨਹੀਂ ਜੀ ਇੱਕੋ ਹੀ ਦਰਵਾਜ਼ਾ ਹੈ, ਗਲਤ ਉਹ ਵੀ ਨਹੀਂ ਹੈ। ਇੱਧਰਲੀ ਸਾਈਡ ਵਾਲਾ ਕਵੇ ਵੀ ਕੋਈ ਵੀ ਦਰਵਾਜ਼ਾ ਨਹੀਂ ਹੈ, ਗਲਤ ਉਹ ਵੀ ਨਹੀਂ ਹੈ।
ਕਿੰਨੇ ਕਿਸ ਤਰੀਕੇ ਦੇ ਨਾਲ ਵੇਖਿਆ। ਇੱਦਾਂ ਕਹਿ ਲਈਏ, ਜਦੋਂ ਅਸੀਂ ਗਲੋਬ ਵੇਖਦੇ ਹਾਂ ਨਾ, ਤੇ ਗਲੋਬ ਦੇ ਵਿੱਚ ਇੱਕ ਗੱਲ ਹੁੰਦੀ ਹੈ, ਸਾਡੇ ਇੱਕ ਗੱਲ ਸਮਝਾਈ ਜਾਂਦੀ ਹੁੰਦੀ ਹੈ, ਅਸੀਂ ਕਦੀ ਵੀ ਗਲੋਬ ਨੂੰ ਕੰਪਲੀਟ ਨਹੀਂ ਵੇਖ ਸਕਦੇ, ਕਦੀ ਵੀ ਪੂਰਾ ਨਹੀਂ ਵੇਖ ਸਕਦੇ। ਉਹ ਜਦੋਂ ਵੀ ਦਿਖੇਗਾ ਅੱਧਾ ਹੀ ਨਜ਼ਰ ਆਵੇਗਾ ਸਾਨੂੰ, ਉਹਦਾ ਅੱਧਾ ਪਾਸਾ ਹਮੇਸ਼ਾ ਸਾਡੀਆਂ ਅੱਖਾਂ ਤੋਂ ਪਰੇ ਹੋਵੇਗਾ। ਗਿਆਨ ਵੀ ਇੱਦਾਂ ਦੀ ਚੀਜ਼ ਹੈ, ਰੱਬ ਦੇ ਬਾਰੇ ਸਮਝ ਵੀ ਇੱਦਾਂ ਦੀ ਚੀਜ਼ ਹੈ। ਮੈਂ ਲੜਦਾ ਰਵਾਂ ਲੋਕਾਂ ਦੇ ਨਾਲ ਵੀ ਮੈਂ ਹੀ ਸਹੀ ਹਾਂ, ਅਸਲ ਦੇ ਵਿੱਚ ਮੈਂ ਗਲੋਬ ਦਾ ਓਨਾ ਕੀ ਪਾਸਾ ਵੇਖਿਆ ਹੈ। ਸੁਭਾਵਿਕ ਜੀ ਗੱਲ ਹੈ, ਜਿੱਥੇ ਹੁਣ ਸੂਰਜ ਚੜ੍ਹਿਆ ਹੈ ਤੇ ਮੈਂ ਕਹਿ ਦੇਵਾਂ ਉੱਥੇ ਤਾਂ ਸੂਰਜ ਹੀ ਨਹੀਂ ਚੜ੍ਹਿਆ ਕਿਉਂਕਿ ਇੱਧਰੋਂ ਛੁਪ ਗਿਆ, ਤਾਂ ਉੱਥੇ ਕਿੱਦਾਂ ਚੜ੍ਹ ਸਕਦਾ? ਇਹ ਤਾਂ ਮੇਰੀ ਗਲਤੀ ਹੈ ਨਾ। ਗਿਆਨ ਗਲੋਬ ਹੈ ਤੇ ਅਕਾਲ ਪੁਰਖ ਵਾਹਿਗੁਰੂ ਤੇ ਇਹਨਾਂ ਗਿਆਨਾਂ ਤੋਂ ਕਿਤੇ ਉੱਤੇ ਹੈ। ਪਰ ਜਿਹੋ ਜਿਹਾ ਬੰਦੇ ਦੀ ਜਿਹੋ ਜੀ ਸਮਝ ਹੈ, ਉਹਨੇ ਉਹੋ ਜਿਹਾ ਰੱਬ ਨੂੰ ਬੋਲ ਦਿੱਤਾ। ਜਿੱਦਾਂ ਅਸੀਂ ਪਿੱਛੇ ਹੀ ਪੜ੍ਹ ਕੇ ਆਏ, ਕਈਆਂ ਨੇ ਕਹਿ ਦਿੱਤਾ ਜੀ 7 ਆਕਾਸ਼ਾਂ ਦੇ ਵਿੱਚ ਹੈ। ਮਹਾਰਾਜ ਨੇ ਕੀ ਕਿਹਾ? ਨਹੀਂ, 7 ਦੀ ਤੇ ਕਿੱਥੇ ਗੱਲ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਇਸ ਕਰਕੇ ਨਾ ਇੱਕ ਵਿਚਾਰ ਆਪ ਜੀ ਦੇ ਅੱਗੇ ਰੱਖ ਦੇਵਾਂ, ਇਹ ਰੱਬੀ ਸਮਝ ਹੈ, ਤੁਹਾਡਾ ਆਪਣਾ ਅਨੁਭਵ ਹੈ ਵੀ ਕਿਵੇਂ ਦਾ ਤੁਹਾਨੂੰ ਰੱਬ ਨਜ਼ਰ ਆਉਂਦਾ ਹੈ। ਮੈਂ ਫਿਰ ਕਹਿ ਦੇਵਾਂ, ਜਿੱਦਾਂ ਦਾ ਮੈਨੂੰ ਨਜ਼ਰ ਆਉਂਦਾ ਹੈ, ਸੁਭਾਵਿਕ ਜੀ ਗੱਲ ਹੈ ਵੀ ਤੁਹਾਨੂੰ ਉੱਦਾਂ ਦਾ ਨਜ਼ਰ ਨਹੀਂ ਆਵੇਗਾ। ਅਤੇ ਜੇ ਉਹ ਤੁਹਾਨੂੰ ਉੱਦਾਂ ਦਾ ਨਜ਼ਰ ਆ ਰਿਹਾ ਹੈ ਤਾਂ ਮੈਨੂੰ ਮਾਫ਼ ਕਰ ਦਿਓ, ਉਹ ਮੇਰਾ ਦਿਖਾਇਆ ਹੋਇਆ ਰੱਬ ਹੈ। ਅਤੇ ਜੇ ਮੇਰਾ ਦਿਖਾਇਆ ਹੋਇਆ ਰੱਬ ਤੁਹਾਨੂੰ ਨਜ਼ਰ ਆਉਂਦਾ ਤਾਂ ਫਿਰ ਤੁਹਾਡਾ ਆਪਣਾ ਅਨੁਭਵ ਕੀ ਹੈ ਉਹਦੇ ਵਿੱਚ? ਤੁਹਾਡਾ ਆਪਣਾ ਤੁਸੀਂ ਕੀ ਸੋਚਿਆ ਹੈ ਉਹਦੇ ਬਾਰੇ? ਜਿੱਦਾਂ ਮੈਂ ਇੱਕ ਨੂੰ ਹੋਰ ਪੜ੍ਹਦਾ ਪਿਆ ਸੀ, ਚਲੋ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ, ਵੀ ਜਦੋਂ ਬੰਦਾ ਰੱਬ ਦੇ ਬਾਰੇ ਕੋਈ ਇਮੇਜ ਬਣਾ ਕੇ ਬੈਠਾ ਹੈ, ਉਹ ਕਿਹੜੀ ਇਮੇਜ ਬਣਾ ਕੇ ਬੈਠਾ ਹੈ? ਵੀ ਉਹਨੂੰ ਕਿਤੇ ਐਵੇਂ ਉਹ ਵੱਡੀ ਜੀ ਦਸਤਾਰ ਵਾਲਾ, ਚਿੱਟੇ ਜਿਹੇ ਦਾੜੇ ਵਾਲਾ ਕਿਤੇ ਬਾਬਾ ਤਾਂ ਨਹੀਂ ਰੱਬ ਲੱਗੀ ਜਾਂਦਾ? ਇਹ ਬੜੀ ਸੋਚਣ ਦੇ ਵਿਸ਼ੇ ਨੇ ਵੀ ਤੁਹਾਡੇ ਅੰਦਰ ਜਦੋਂ ਤੁਸੀਂ ਰੱਬ ਨੂੰ ਅਨੁਭਵ ਕਰਦੇ ਜੇ, ਜਾਂ ਉਹਦਾ ਤੁਹਾਡੇ ਮਨ 'ਚ ਕੋਈ ਚਿੱਤਰ ਹੈ ਤੇ ਕਿਵੇਂ ਦਾ ਚਿੱਤਰ ਬਣਿਆ ਹੈ। ਤੇ ਜੇ ਨਹੀਂ ਬਣਿਆ ਤਾਂ ਫਿਰ ਵਾਹ ਭਲੀ ਗੱਲ ਹੈ, ਤੇ ਜੇ ਬਣ ਗਿਆ ਹੈ ਤੇ ਉਹਨੂੰ ਪਰੇ ਕਰਨਾ ਪਵੇਗਾ, ਕਿਉਂਕਿ ਫਿਰ ਫੋਟੋ ਦਾ ਚਿੰਤਨ ਹੋਈ ਜਾਂਦਾ ਹੈ, ਰੱਬ ਦਾ ਚਿੰਤਨ ਨਹੀਂ ਹੁੰਦਾ। ਮਸਕੀਨ ਸਾਹਿਬ ਇੱਕ ਗੱਲ ਕਰਦੇ ਹੁੰਦੇ, ਕਹਿੰਦੇ ਮੈਂ ਇਸੇ ਕਰਕੇ ਨਾ ਕਿਸੇ ਨੂੰ ਗਲਤ ਨਹੀਂ ਕਹਿੰਦਾ, ਅਨੁਭਵ ਵਾਲੇ ਪਾਸੇ ਸਾਨੂੰ ਬੜੇ ਇੱਦਾਂ ਦੇ ਵੀ ਖਿਆਲ ਨੇ। ਮੈਂ ਫਿਰ ਕਹਿ ਦੇਵਾਂ, ਜਿੱਦਾਂ ਜਿੱਦਾਂ ਗੁਰਦੁਆਰੇ ਨੂੰ ਵੇਖਾਂਗੇ ਉੱਦਾਂ ਦਾ ਅਨੁਭਵ ਹੈ। ਜਿਹੜੇ ਬੰਦੇ ਨੇ ਜਿੱਦਾਂ ਜ਼ਿੰਦਗੀ ਨੂੰ ਵੇਖਿਆ ਹੈ ਨਾ ਰੱਬ ਵਾਲੇ ਪਾਸੇ ਤੋਂ, ਉੱਦਾਂ ਦਾ ਹੀ ਅਨੁਭਵ ਹੈ। ਅਨੁਭਵ ਹੋਣਾ ਜ਼ਰੂਰ ਚਾਹੀਦਾ ਹੈ, ਇੱਕ ਨਾਲ ਮਿਲਦਾ ਜਾਂ ਨਹੀਂ ਮਿਲਦਾ ਉਹ ਬਾਅਦ ਦੀਆਂ ਗੱਲਾਂ ਨੇ। ਉਹ ਕਹਿੰਦੇ ਨੇ ਕਿ ਜਪਜੀ ਸਾਹਿਬ ਦੇ ਸਭ ਤੋਂ ਜ਼ਿਆਦਾ ਟੀਕੇ ਕੀਤੇ ਗਏ ਨੇ, ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਜਪਜੀ ਸਾਹਿਬ ਇੱਦਾਂ ਦਾ ਹੈ ਜਿਨ੍ਹਾਂ ਦੇ ਲਗਭਗ, ਜੇ ਕਿਸੇ ਬਾਹਰ ਦੇ ਧਰਮ ਵਾਲੇ ਨੇ ਗੱਲ ਸ਼ੁਰੂ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਜਪਜੀ ਸਾਹਿਬ ਨੂੰ ਹੀ ਹੱਥ ਪਾਇਆ ਵੀ ਜਪਜੀ ਸਾਹਿਬ ਨੂੰ ਸਮਝ ਕੇ ਵੇਖੀਏ। ਬਹੁਤ ਜ਼ਿਆਦਾ ਟੀਕੇ ਹੋਏ ਨੇ, ਔਰ ਇੱਕ ਦੀ ਵਿਆਖਿਆ ਦੂਸਰੇ ਨਾਲ ਲਗਭਗ ਨਹੀਂ ਮਿਲਦੀ। ਜੋ ਗੱਲ ਰਜਨੀਸ਼ ਨੇ ਕਹੀ ਹੈ ਉਹ ਗੱਲ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਨਹੀਂ ਕਹੀ। ਜੋ ਗੱਲ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਕਹੀ ਹੈ, ਸਿੱਖੀ ਸਿਧਾਂਤ ਦੇ ਵਿੱਚ ਆਉਣ ਕਰਕੇ ਕਿਤੇ ਕਿਤੇ ਗੱਲਾਂ ਮਿਲ ਜਾਂਦੀਆਂ ਨੇ, ਪਰ ਅਰਥ ਉਹਨਾਂ ਦੇ ਇੱਦਾਂ ਕਹਿ ਲਈਏ ਵੀ ਗਿਆਨੀ ਹਰਬੰਸ ਸਿੰਘ ਹੁਣਾਂ ਨਾਲੋਂ ਵੱਖਰੇ ਹੋ ਜਾਂਦੇ ਨੇ। ਕਈ ਵਿਆਖਿਆ ਦੀ ਇੱਦਾਂ ਦੀਆਂ ਪੰਕਤੀਆਂ ਨੇ ਜਿਹੜੀਆਂ ਪ੍ਰਿੰਸੀਪਲ ਤੇਜਾ ਸਿੰਘ ਹੁਣਾਂ ਨੇ ਹੋਰ ਲਿਖੀਆਂ ਨੇ, ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਹੋਰ ਲਿਖੀਆਂ ਨੇ। ਵੇਖਣ ਦਾ ਨਜ਼ਰੀਆ ਹੈ। ਸੋ ਮਸਕੀਨ ਸਾਹਿਬ ਕਹਿੰਦੇ ਹੁੰਦੇ ਨੇ ਵੀ ਇੰਨੇ ਟੀਕੇ ਹੋ ਗਏ ਜਪਜੀ ਸਾਹਿਬ ਦੇ। ਮੈਂ ਤਾਂ ਸਿਰਫ ਇੱਕੋ ਗੱਲ ਨੂੰ ਕਹਿਣਾ ਨਾ ਵੀ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਜਿੱਦਾਂ ਕਿਸੇ ਦੀ ਬੁੱਧੀ ਹੈ ਨਾ, ਬਸ ਉੱਦਾਂ ਤੈਨੂੰ ਬੋਲ ਦਿੰਦਾ ਹੈ। ਇਹਦੇ ਬਾਰੇ ਮੈਂ ਕਹਾਂ ਵੀ ਸਾਰੇ ਮੇਰੀ ਬੁੱਧੀ ਦੇ ਅਕੋਰਡਿੰਗ ਬੋਲਣ, ਮੇਰੀ ਅਕਲ ਦੇ ਅਕੋਰਡਿੰਗ ਬੋਲਣ, ਤਾਂ ਮੈਂ ਉਹਨਾਂ ਨੂੰ ਬੰਨ੍ਹਦਾ ਪਿਆ ਹਾਂ ਵੀ ਨਹੀਂ, ਤੁਹਾਨੂੰ ਆਜ਼ਾਦੀ ਨਹੀਂ ਦੇਵਾਂਗਾ, ਮੇਰੇ ਖਿਆਲਾਂ ਦੇ ਵਿੱਚੋਂ ਹੋ ਕੇ ਸਮਝੋ। ਭਾਈ ਗੁਰਦਾਸ ਸਾਹਿਬ ਉਸ ਗੱਲ ਨੂੰ ਕਹਿੰਦੇ ਨੇ, ਜਿਹਾ ਮੂੰਹ ਕਰ ਭਾਲਦਾ, ਜਿਹੋ ਜਿਹਾ ਮੂੰਹ ਕਰਕੇ ਰੱਬ ਨੂੰ ਵੇਖਣ ਲੱਗ ਪਵੋਗੇ ਨਾ, ਤੇ ਵੇ ਹੈ ਲਿਖ ਹੈ। ਕਹਿੰਦੇ ਸਮਝ ਲਓ ਵੀ ਉੱਦਾਂ ਦਾ ਹੀ ਉਹਦਾ ਚਿੱਤਰ ਸਾਡੇ ਸਾਹਮਣੇ ਆ ਜਾਂਦਾ ਹੈ। ਚਿੱਤਰ ਦਾ ਮਤਲਬ ਇਮੇਜ ਦਾ ਮਤਲਬ ਉਹਦੀ ਹੋਂਦ ਉੱਦਾਂ ਦੀ ਹੀ ਸਾਨੂੰ ਲੱਗਣ ਲੱਗ ਪੈਂਦੀ ਹੈ। ਜਿੱਦਾਂ ਕਈਆਂ ਨੂੰ ਲੱਗਣ ਲੱਗ ਪਿਆ ਵੀ ਰੱਬ ਤੇ ਜਿਹੜਾ ਹੈ ਉਹ ਜਿੱਦਾਂ ਦੇਵਤਿਆਂ ਦੀਆਂ ਸ਼ਕਲਾਂ ਬਣਾ ਕੇ ਰੱਖਤੀਆਂ ਨਾ, ਵੀ ਰੱਬ ਦੀਆਂ ਸ਼ਾਇਦ ਕਿਤੇ ਇੱਕ ਅੱਧੀ ਅੱਖ ਹੋਰ ਵੀ ਹੋਵੇਗੀ, ਉਹਦੀਆਂ 7-8 ਬਾਹਾਂ ਵੀ ਵੱਧ ਹੋਣਗੀਆਂ, ਇੱਦਾਂ ਦਾ ਬਣਾ ਕੇ ਰੱਖ ਦਿੱਤਾ। ਜੋ ਉਹਨਾਂ ਨੇ ਇਮੈਜਿਨ ਕੀਤਾ ਉਹਨਾਂ ਨੇ ਸਾਹਮਣੇ ਪੇਸ਼ ਕਰ ਦਿੱਤਾ। ਜਿਹੋ ਜਿਹਾ ਰੱਬ ਨੂੰ ਪੇਸ਼ ਕਰ ਦਿੱਤਾ ਗਿਆ, ਮਹਾਰਾਜ ਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਿਹਾ ਮੂੰਹ ਕਰ ਭਾਲਦਾ, ਜਿੱਦਾਂ ਸ਼ੀਸ਼ੇ ਦੇ ਵਿੱਚ ਜਿਹੋ ਜਿਹਾ ਮੂੰਹ ਵੇਖੋਗੇ ਉਹੋ ਜਿਹੀ ਪ੍ਰਤੀਬਿੰਬ ਵਾਪਸ ਆ ਜਾਂਦਾ ਹੈ। ਇੱਦਾਂ ਰੱਬ ਹੈ। ਜਿਹੋ ਜਿਹਾ ਬੰਦਾ ਰੱਬ ਦੇ ਬਾਰੇ ਸੋਚ ਲੈ ਕੇ ਬੈਠਾ ਹੈ, ਰੱਬ ਉੱਦਾਂ ਦਾ ਹੀ ਪ੍ਰਤੀਤ ਹੋਣ ਲੱਗ ਪੈਂਦਾ ਹੈ। ਇੱਕ ਹੁੰਦਾ ਹੈ ਜਿਵੇਂ ਦਾ ਰੱਬ ਹੈ ਉਵੇਂ ਦਾ ਰੱਬ ਹੈ, ਇੱਕ ਹੈ ਮੇਰਾ ਬਣਾਇਆ ਹੋਇਆ ਰੱਬ, ਵੀ ਮੈਨੂੰ ਤਾਂ ਇਹੋ ਚੀਜ਼ ਰੱਬ ਲੱਗੀ ਜਾਂਦੀ ਹੈ। ਕੱਲ੍ਹ ਨੂੰ ਕੋਈ ਕਹੀ ਜਾਵੇ ਵੀ ਗੋਲਕ ਹੀ ਰੱਬ ਹੈ, ਹੁਣ ਆਪਣੀ ਜਿੱਦ ਦੇ ਵਿੱਚ ਕਹਦੇ ਵੀ ਗੋਲਕ ਹੀ ਰੱਬ ਹੈ, ਉਹਨੇ ਗੋਲਕ ਨੂੰ ਹੀ ਰੱਬ ਬਣਾ ਲਿਆ ਹੈ। ਰੱਬ ਗੋਲਕ ਨਹੀਂ ਹੈ, ਪਰ ਜਿਹਨੇ ਗੋਲਕ ਨੂੰ ਰੱਬ ਬਣਾ ਲਿਆ ਹੈ ਉਹਨੂੰ ਗੋਲਕ ਹੀ ਰੱਬ ਲੱਗੀ ਜਾਂਦੀ ਹੈ। ਇਸ ਕਰਕੇ ਇਹ ਸਮਝਣ ਦਾ ਵਿਸ਼ਾ ਹੈ, ਮੇਰਾ ਬਣਾਇਆ ਰੱਬ ਕਿਤੇ ਮੇਰਾ ਬਣਾਇਆ ਹੋਇਆ ਰੱਬ ਤੇ ਨਹੀਂ, ਕਿ ਵਾਕਿਆ ਹੀ ਉਹ ਰੱਬ ਹੈ ਜਿਹੜਾ ਹੈ ਅਸਲ ਦੇ ਵਿੱਚ। ਮੈਨੂੰ ਉਹਦੇ ਬਾਰੇ ਕਿੰਨਾ ਕੁ ਅਨੁਭਵ ਹੈ ਤੇ ਕਿੰਨੀ ਕੁ ਸਮਝ ਹੈ।
ਜਿੱਦਾਂ ਸ਼ੀਸ਼ੇ ਨੂੰ ਵੇਖਦਿਆਂ ਉਹੀ ਪ੍ਰਤੀਬਿੰਬ ਵਾਪਸ ਆਉਂਦਾ ਹੈ, ਇੱਦਾਂ ਕੀ ਹੁੰਦਾ ਹੈ, ਜਿੱਦਾਂ ਜਿੱਦਾਂ ਬੰਦਾ ਰੱਬ ਨੂੰ ਮਹਿਸੂਸ ਕਰਦਾ ਹੈ ਉਹਨੂੰ ਉੱਦਾਂ ਦਾ ਨਜ਼ਰ ਆ ਜਾਂਦਾ ਹੈ। ਇਸ ਕਰਕੇ ਫਿਰ ਕਹਿ ਦੇਵਾਂ, ਮੇਰਾ ਅਨੁਭਵ ਤੁਹਾਡੇ ਨਾਲ ਨਹੀਂ ਮਿਲੇਗਾ ਜੇ ਅਸੀਂ ਅਨੁਭਵ ਵਾਲੇ ਪਾਸੇ ਤੇ ਤੁਰੇ ਹੋਏ ਹਾਂ। ਤੇ ਹੱਸਦੇ ਹੱਸਦਾ ਦੇਖੀਏ। ਫਿਰ ਉਦਾਹਰਨ ਸ਼ੀਸ਼ੇ ਦੀ, ਸ਼ੀਸ਼ੇ ਦੇ ਵਿੱਚ ਹੱਸਦਾ ਬੰਦਾ ਵੇਖੇ, ਹੱਸ ਰਿਹਾ ਹੈ ਤੇ ਉਹਨੇ ਜਾ ਕੇ ਸ਼ੀਸ਼ਾ ਵੇਖਿਆ ਤੇ ਸ਼ੀਸ਼ਾ ਕਿਉਂ ਕੀ ਕਰੇਗਾ, ਸ਼ੀਸ਼ਾ ਵਾਪਸ ਹੱਸਦਾ ਵਿਖਾ ਦਿੰਦਾ ਵੀ ਹੱਸਦਾ ਪਿਆ ਹੈ। ਹੱਸਦੇ ਹੱਸਦਾ ਦੇਖੀਏ ਸੋ ਰੂਪ ਸਰੇਖੈ, ਸਾਰਖਾ ਮਤਲਬ ਉਹਦੇ ਵਰਗਾ। ਹੱਸਦੇ ਨੂੰ ਸ਼ੀਸ਼ਾ ਹੱਸਦਾ ਹੀ ਨਜ਼ਰ ਆ ਜਾਂਦਾ ਹੈ, ਪਰ ਕੀ ਹੈ ਨਾਲ, ਰੋਂਦੇ ਦਿਸੈ ਰੋਵੰਦਾ, ਹੋਏ ਨਿਮਖ ਨਿਮੇਖੈ। ਤੇ ਜੇ ਸ਼ੀਸ਼ੇ ਵੱਲ ਨੂੰ ਕੋਈ ਰੋ ਕੇ ਵੇਖਦਾ ਪਿਆ ਹੈ ਤੇ ਉਹਨੂੰ ਰੋਂਦਾ ਜਿਹਾ ਮੂੰਹ ਨਜ਼ਰ ਆ ਜਾਣਾ ਆਪਣਾ। ਗੱਲ ਕੀ ਹੈ, ਸ਼ੀਸ਼ਾ ਤੇ ਇੱਕੋ ਹੀ ਹੈ ਨਾ, ਪਰ ਜਿਹੋ ਜਿਹਾ ਕਿਸੇ ਨੇ ਵੇਖਿਆ ਉਹਨੂੰ ਉਹ ਜਿਹਾ ਨਜ਼ਰ ਆ ਗਿਆ। ਈਵਨ ਕਿ ਜੇ ਕੋਈ ਨਿਮਖ ਦਾ ਮਤਲਬ ਹੁੰਦਾ ਹੈ ਜਿੰਨੇ ਟਾਈਮ ਦੇ ਵਿੱਚ ਸਾਡੀ ਅੱਖ ਜਿਹੜੀ ਹੈ ਉਹ ਝਮਕੀ ਜਾਂਦੀ ਹੈ, ਜਿਹੜੀ ਆਈ ਬਲਿੰਕ ਕਰਦੀ ਹੈ ਜਿੰਨੇ ਟਾਈਮ ਦੇ ਵਿੱਚ। ਹੁਣ ਸ਼ੀਸ਼ੇ ਦੇ ਵਿੱਚ ਮੈਂ ਵੇਖ ਕੇ ਤੇ ਆਪਣੀ ਅੱਖ ਨੂੰ ਝਮਕਦਾ ਪਿਆ ਹਾਂ, ਆਈ ਬਲਿੰਕ ਹੋ ਰਹੀ ਹੈ ਮੇਰੀ, ਤੇ ਸ਼ੀਸ਼ਾ ਵੀ ਉੱਦਾਂ ਹੀ ਕਰੇਗਾ। ਸ਼ੀਸ਼ਾ ਵੱਖਰਾ ਕੁਝ ਨਹੀਂ ਕਰ ਪਾਵੇਗਾ। ਜਿਹੋ ਜਿਹਾ ਜੇ ਰੋਂਦਾ ਬੰਦਾ ਰੋਂਦੇ ਨੂੰ ਵੇਖਦਾ, ਸ਼ੀਸ਼ੇ ਨੂੰ ਵੇਖਦਾ ਪਿਆ ਤੇ ਰੋਂਦਾ ਨਜ਼ਰ ਆ ਗਿਆ, ਤੇ ਜੇ ਬੰਦਾ ਉੱਥੇ ਬੈਠ ਕੇ ਝਮਕਦਾ ਪਿਆ ਹੈ ਆਪਣੇ ਆਪ ਨੂੰ ਸ਼ੀਸ਼ੇ ਸਾਹਮਣੇ ਬੈਠ ਕੇ, ਤੇ ਫਿਰ ਕੀ ਕਰਦਾ ਪਿਆ ਹੈ, ਉਹ ਅੱਗੋਂ ਸ਼ੀਸ਼ਾ ਵੀ ਉਹ ਕੁਝ ਕਰੀ ਜਾਂਦਾ। ਹੁਣ ਭਾਈ ਗੁਰਦਾਸ ਸਾਹਿਬ ਨੇ ਇੱਥੋਂ ਤੱਕ ਤੇ ਗੱਲ ਸਮਝਾਈ ਹੈ ਸ਼ੀਸ਼ੇ ਦੇ ਦੁਆਰਾ। ਜੇ ਆਪ ਜੀ ਦੇ ਅੱਗੇ ਮੈਂ ਰੱਖ ਸਕਿਆ ਹੋਵਾਂ, ਉਹਨਾਂ ਨੇ ਕਹਿ ਦਿੱਤਾ ਵੀ ਅਕਾਲ ਪੁਰਖ ਵਾਹਿਗੁਰੂ ਜਿੱਦਾਂ ਸ਼ੀਸ਼ੇ ਦੇ ਵਿੱਚੋਂ ਸਾਰੀਆਂ ਚੀਜ਼ਾਂ ਵਾਪਸ ਦਿਖਦੀਆਂ ਹੁੰਦੀਆਂ ਨਾ, ਜੋ ਵਿਖਾਈਆਂ ਜਾਣ, ਇੱਦਾਂ ਕੀ ਹੁੰਦਾ ਹੈ, ਰੱਬ ਸਾਰੀਆਂ ਚੀਜ਼ਾਂ ਨੂੰ ਵੇਖਦਾ ਹੈ। ਜਿੱਦਾਂ ਸ਼ੀਸ਼ਾ ਵੇਖਣ ਵਾਲਾ ਵੇਖਦਾ ਹੈ, ਇੱਦਾਂ ਰੱਬ ਸਾਰੀਆਂ ਚੀਜ਼ਾਂ ਨੂੰ ਵੇਖਦਾ ਹੈ। ਤੇ ਜਿੱਦਾਂ ਜਿੱਦਾਂ ਜੋ ਸ਼ੀਸ਼ੇ ਦੇ ਵਿੱਚ ਵੇਖਿਆ ਜਾਂਦਾ ਹੈ ਉਹੀ ਨਜ਼ਰ ਆ ਜਾਂਦਾ ਹੈ ਨਾ, ਇੱਦਾਂ ਜਿਹੜਾ ਅਸਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਦਾ ਹੈ ਉਹਨੂੰ ਉਹ ਉੱਦਾਂ ਦਾ ਨਜ਼ਰ ਆ ਜਾਂਦਾ ਹੈ। ਹੁਣ ਇੱਥੇ ਆ ਕੇ ਗੁਰਮਤਿ ਦਾ ਸਿਧਾਂਤ ਸ਼ੁਰੂ ਹੋ ਜਾਂਦਾ ਹੈ। ਉਹ ਕਿਹੜੀ ਗੱਲ ਹੈ, ਆਪੇ ਆਪ ਵਰਤਦਾ ਸਤ ਸੰਗ ਵਿਸ਼ੇਖ ਹੈ। ਕਹਿੰਦੇ ਭਾਈ ਆਪੇ ਆਪ ਵਰਤਦਾ, ਰੋਣ ਦੇ ਵਿੱਚ ਵੀ ਉਹ ਵਰਤਿਆ, ਹੱਸਣ ਦੇ ਵਿੱਚ ਵੀ ਵਰਤਿਆ, ਸ੍ਰਿਸ਼ਟੀ ਪੈਦਾ ਕਰਨ ਦੇ ਵਿੱਚ ਵੀ ਉਹ ਵਰਤਿਆ। ਜਦੋਂ ਉਹਨੇ ਫਿਲਾਸਫੀਆਂ ਪੈਦਾ ਕੀਤੀਆਂ, ਕਿਤਾਬਾਂ ਬਣਾਈਆਂ ਦੁਨੀਆ ਨੇ, ਉਦੋਂ ਵੀ ਉਹ ਵਿੱਚ ਹੋ ਕੇ ਵਰਤਿਆ ਹੈ। ਸਾਰੀਆਂ ਥਾਵਾਂ ਤੇ ਵਰਤਦਾ ਪਿਆ ਹੈ, ਆਸਤਕ ਕੀ ਨਾਸਤਕ ਕੀ ਸਾਰਿਆਂ ਦੇ ਵਿੱਚ ਹੀ ਵਰਤਦਾ ਪਿਆ ਹੈ। ਆਪੇ ਆਪ ਵਰਤਦਾ ਹੈ, ਸਾਰਿਆਂ ਦੇ ਵਿੱਚ ਉਹੀ ਵਰਤਦਾ ਪਿਆ ਹੈ। ਪਰ ਕੀ ਹੈ, ਸਤ ਸੰਗ ਵਿਸ਼ੇਖ ਹੈ। ਸੰਗਤ ਦੇ ਵਿੱਚ ਉਹ ਵਿਸ਼ੇਸ਼ ਤੌਰ ਦੇ ਉੱਤੇ ਪਤਾ ਲੱਗਦਾ ਹੈ, ਸੰਗਤ ਦੇ ਵਿੱਚ ਵਿਸ਼ੇਸ਼ ਤੌਰ ਤੇ ਉਹਦੇ ਬਾਰੇ ਜਾਣਕਾਰੀ ਹਾਸਲ ਹੁੰਦੀ ਹੈ। ਇਹ ਕੀ ਭਾਵ ਹੈ ਵੀ ਜਦੋਂ ਭਾਈ ਗੁਰਦਾਸ ਸਾਹਿਬ ਨੇ ਇਹ ਗੱਲ ਬੋਲੀ ਹੈ ਵੀ ਹੈ ਮਾਲਕ ਸਾਰੀਆਂ ਥਾਵਾਂ ਤੇ ਵਰਤਦਾ ਪਿਆ ਹੈ, ਪਰ ਸੰਗਤ ਦੇ ਵਿੱਚ ਵਿਸ਼ੇਸ਼ ਕਿੱਦਾਂ ਹੈ। ਗੁਰਬਾਣੀ ਦੇ ਪਾਠ ਤੁਸੀਂ ਕਰਦੇ ਹੋ, ਕਿੰਨੀਆਂ ਥਾਵਾਂ ਦੇ ਉੱਤੇ ਸੰਗਤ ਦੀ ਮਹਿਮਾ ਹੈ। ਇੱਕ ਬਚਨ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਹਜ਼ੂਰ ਕਹਿੰਦੇ ਵਿਸਰੈ ਨਾਹੀ ਜਿਤ ਤੂੰ ਕਬਹੂ ਸੋ ਥਾਨ ਤੇਰਾ ਕਿਹਾ। ਅਸੀਂ ਵੀ ਤੇ ਬਾਹਰ ਨਿਕਲਦੇ ਹੀ ਆ ਨਾ, ਸਾਨੂੰ ਘਰ ਦੇ ਵਿੱਚ ਰੱਬ ਚੇਤੇ ਆਵੇ ਨਾ ਆਵੇ, ਵਾਹਿਗੁਰੂ ਚੇਤੇ ਆਵੇ ਨਾ ਆਵੇ, ਪਰ ਇੰਨਾ ਕੁ ਹੁੰਦਾ ਵੀ ਜਦੋਂ ਗੁਰਦੁਆਰੇ ਆ ਗਏ ਆ ਤੇ ਗੁਰਦੁਆਰੇ ਦੇ ਲਾਗੋਂ ਦੀ ਲੰਘਣ ਲੱਗੇ ਆ ਤਾਂ ਘੱਟੋ ਘੱਟ ਇੱਕ ਵਾਰ ਤੇ ਸਿਰ ਝੁਕੀ ਜਾਂਦਾ ਨਾ ਵੀ ਗੁਰਦੁਆਰੇ ਲਾਗੋਂ ਦੀ ਲੰਘਣ ਲੱਗੇ ਆ। ਕੁਝ ਤੇ ਚੇਤੇ ਆਇਆ ਨਾ ਵੀ ਇੱਥੇ ਸੰਗਤ ਦੇ ਵਿੱਚ ਆ ਕੁਝ ਹੋ ਰਿਹਾ ਹੈ। ਬਾਹਰ ਨਹੀਂ ਆਉਂਦਾ ਚੇਤੇ, ਘਰਾਂ ਦੇ ਵਿੱਚ ਜਿੰਨਾ ਮਰਜ਼ੀ ਬੰਦਾ ਜ਼ੋਰ ਲਾ ਲਵੇ, ਜੇਕਰ ਕੋਈ ਵਿਰਲਾ ਬੰਦਾ ਹੈ ਤੇ ਉਹਨੂੰ ਘਰ ਦੇ ਵਿੱਚ ਚੇਤੇ ਆ ਜਾਂਦਾ ਹੈ। ਉਹ ਵੀ ਤਾਂ ਚੇਤੇ ਆਵੇਗਾ ਜੇ ਸੰਗਤ ਦੇ ਵਿੱਚੋਂ ਸਿੱਖ ਕੇ ਜਾਵੇਗਾ, ਨਹੀਂ ਤੇ ਘਰ 'ਚ ਕਿੱਥੇ ਚੇਤੇ ਆਉਂਦਾ ਹੈ। ਚੀਜ਼ਾਂ ਨੂੰ ਵੇਖ ਕੇ ਹੁਣ ਘੱਟੋ ਘੱਟ ਇੱਥੇ ਬੈਠੇ ਹਾਂ, ਤੁਸੀਂ ਸਮਾਂ ਕੱਢ ਕੇ ਬੈਠੇ ਹੋਏ ਹੋ, ਇੱਥੇ ਜੀ ਕਰ ਪਵੇਗਾ ਕਿ ਚੱਲ ਬੈਠੇ ਹਾਂ ਇੱਕ ਸ਼ਬਦ ਸੁਣ ਲਈਏ, ਚੱਲ ਬੈਠੇ ਹਾਂ ਕੋਈ ਗੱਲ ਸੁਣ ਲਈਏ, ਚੱਲ ਬੈਠੇ ਹਾਂ ਤੇ ਆਪਾਂ ਪਾਠ ਕਰ ਲਈਏ। ਉਹਦਾ ਯਾਦ ਆਉਣਾ ਸ਼ੁਰੂ ਹੋ ਗਿਆ, ਕੁਝ ਨਾ ਕੁਝ ਉਹਦੇ ਬਾਰੇ ਇੱਥੇ ਆ ਕੇ ਪਤਾ ਲੱਗਾ ਨਾ, ਹੈ ਸਾਰੀਆਂ ਥਾਵਾਂ ਤੇ ਹੈ, ਪਰ ਸੰਗਤ ਕੀ ਹੋ ਗਿਆ, ਸੰਗਤ ਬਹਾਨਾ ਬਣ ਗਈ। ਸਤ ਸੰਗ ਵਿਸ਼ੇਖ ਹੈ। ਮਹਾਰਾਜ ਕਹਿੰਦੇ ਵਿਸਰੈ ਨਾਹੀ ਜਿਤ ਤੂੰ ਕਬਹੂ, ਸੱਚੇ ਪਾਤਸ਼ਾਹ ਜਿੱਥੇ ਤੂੰ ਕਦੀ ਨਹੀਂ ਭੁੱਲਦਾ, ਸੋ ਥਾਨ ਤੇਰਾ ਕਿਹਾ। ਕਿੱਡੇ ਕਮਾਲ ਦਾ ਹੈ ਤੇਰਾ ਥਾਂ। ਆਠ ਪਹਿਰ ਜਿਤ ਤੁਧ ਧਿਆਈ, ਨਿਰਮਲ ਹੋਵੇ ਦੇਹਾ। ਅੱਠੇ ਪਹਿਰ ਮੈਂ ਜਿੱਥੇ ਬੈਠ ਕੇ ਤੈਨੂੰ ਜਪਦਾ ਰਹਿੰਦਾ ਹਾਂ ਤੇ ਮੇਰਾ ਸਰੀਰ ਪਵਿੱਤਰ ਹੋ ਜਾਂਦਾ ਹੈ ਨਾ। ਮਹਾਰਾਜ ਕਹਿੰਦੇ ਮੇਰੇ ਰਾਮ ਹੋਂ ਸੋ ਥਾਨ ਭਾਲਣ ਆਇਆ। ਸੱਚੇ ਪਾਤਸ਼ਾਹ ਮੈਂ ਉਹ ਥਾਂ ਲੱਭਦਾ ਫਿਰਦਾ ਹਾਂ ਵੀ ਤੂੰ ਮੈਨੂੰ ਕਦੀ ਭੁੱਲੇ ਨਾ। ਤੇ ਫਿਰ ਕੀ ਹੋਇਆ, ਉਹਦਾ ਜਵਾਬ ਮਹਾਰਾਜ ਨੇ ਦਿੱਤਾ, ਖੋਜਤ ਖੋਜਤ ਭਇਓ ਸਾਧ ਸੰਗ ਤਿਨ ਸਰਣਾਈ ਪਾਇਆ। ਉਹ ਥਾਂ ਮੈਨੂੰ ਲੱਭਾ ਕਿੱਥੇ, ਲੱਭਦਿਆਂ ਲੱਭਦਿਆਂ ਉਹ ਥਾਂ ਮੈਨੂੰ ਸਾਧੂਆਂ ਦੀ ਸੰਗਤ ਮਿਲ ਗਈ, ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਗਈ। ਉਹਨਾਂ ਦੀ ਸ਼ਰਨ ਦੇ ਵਿੱਚ ਮੈਂ ਆ ਕੇ ਤੇ ਮਾਲਕ ਨੂੰ ਪਾ ਲਿਆ। ਇੱਕ ਮੈਂ ਗੱਲ ਆਪ ਜੀ ਦੇ ਅੱਗੇ ਰੱਖ ਦੇਵਾਂ, ਹੈ ਸਾਰੀਆਂ ਥਾਵਾਂ ਦੇ ਉੱਤੇ ਹੈ, ਉਹ ਤੁਹਾਡੇ ਘਰਾਂ ਦੇ ਵਿੱਚ ਵੀ ਓਨਾ ਹੀ ਹੈ, ਤੁਹਾਡੇ ਘਰਾਂ ਤੋਂ ਬਾਹਰ ਵੀ ਓਨਾ ਹੀ ਹੈ।
ਪਰ ਗੁਰਦੁਆਰੇ ਵਿੱਚ ਵੀ ਓਨਾ ਹੀ ਹੈ, ਪਰ ਇੱਥੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਇਸ ਕਰਕੇ ਜ਼ਿਆਦਾ ਹੈ। ਪੜ੍ਹਾਈ ਕਿਤੇ ਵੀ ਹੋ ਸਕਦੀ ਹੈ, ਪਰ ਫਿਰ ਵੀ ਅਸੀਂ ਸਕੂਲ ਬਣਾਏ ਹੋਏ ਨੇ। ਪੈਸਾ ਕਿਤੇ ਵੀ ਰੱਖਿਆ ਜਾ ਸਕਦਾ ਹੈ, ਫਿਰ ਵੀ ਅਸੀਂ ਬੈਂਕ ਖੋਲ੍ਹੇ ਹੋਏ ਨੇ। ਇਲਾਜ ਕਿਤੇ ਵੀ ਕੀਤਾ ਜਾ ਸਕਦਾ ਹੈ, ਅਸੀਂ ਹਸਪਤਾਲ ਬਣਾਏ ਹੋਏ ਨੇ। ਰੋਟੀ ਕਿਸੇ ਵੀ ਵੇਲੇ ਖਾਧੀ ਜਾ ਸਕਦੀ ਹੈ, ਅਸੀਂ 3 ਵੇਲੇ ਫਾਈਨਲ ਕੀਤੇ ਹੋਏ ਨੇ ਵੀ ਭਾਈ ਲਗਭਗ ਸਾਡੇ ਸਮਾਜ ਦੇ ਵਿੱਚ ਆਹ 3 ਵੇਲਿਆਂ ਦੇ ਵਿੱਚ ਰੋਟੀ ਖਾਧੀ ਜਾਂਦੀ ਹੈ। ਇਹਦਾ ਕਾਰਨ ਹੈ ਕੋਈ ਚੀਜ਼ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ, ਪਰ ਇੱਕ ਸਿਮਟਰੀ ਹੁੰਦੀ ਆ ਵੀ ਇਸ ਟਾਈਮ ਕਰਾਂਗੇ ਤੇ ਉਹਦਾ ਪ੍ਰਭਾਵ ਹਮੇਸ਼ਾ ਜ਼ਿਆਦਾ ਹੁੰਦਾ ਹੈ। ਜੇ ਤੁਸੀਂ ਆਪਣੇ ਅਨੁਭਵ ਦੇ ਵਿੱਚ ਇਸ ਗੱਲ ਨੂੰ ਵੇਖੋਗੇ ਨਾ, ਤੇ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ, ਜਿਹੜਾ ਕੰਮ ਅਸੀਂ ਕਰਦੇ ਹਾਂ ਕਈ ਦਿਨ ਲਗਾਤਾਰ ਕਰੀ ਜਾਈਏ, ਲਗਾਤਾਰ ਕਰੀ ਜਾਈਏ, ਫਿਰ ਹੌਲੀ ਹੌਲੀ ਨੇਚਰ ਵੀ ਉਹ ਕੰਮ ਸਾਡੇ ਲਈ ਕਰਨਾ ਸ਼ੁਰੂ ਕਰ ਦਿੰਦੀ ਹੈ। ਨੇਚਰ ਸਾਡੇ ਲਈ ਇੱਕ ਜਗ੍ਹਾ ਤਿਆਰ ਕਰ ਦਿੰਦੀ ਹੈ। ਸੌਖੇ ਸੌਖੇ ਸਮਝਣਾ ਹੋਵੇ ਤੇ ਆਪਾਂ ਉਦਾਹਰਨ ਦੇ ਤੌਰ ਦੇ ਉੱਤੇ ਕਈ ਵਾਰ ਕਹਿੰਦੇ ਹੁੰਦੇ ਹਾਂ, ਪਹਿਲਾਂ ਸਾਨੂੰ ਗੁਰਦੁਆਰੇ ਆਉਣਾ ਔਖਾ ਲੱਗਦਾ ਹੈ, ਫਿਰ ਇੱਕ ਦਿਨ ਸੁਭਾਅ ਦੇ ਵਿੱਚ ਗੱਲ ਆ ਜਾਂਦੀ, ਕਿਉਂਕਿ ਕੁਦਰਤ ਨੇ ਸਾਡਾ ਸੁਭਾਅ ਬਣਾ ਦਿੱਤਾ ਹੈ। ਸਾਰੀਆਂ ਥਾਵਾਂ ਦੇ ਉੱਤੇ ਹੈ, ਤੁਹਾਡੇ ਘਰਾਂ ਦੇ ਵਿੱਚ ਵੀ ਉਹਨਾਂ ਹੈ, ਮੈਂ ਵਾਰ-ਵਾਰ ਕਹਿ ਰਿਹਾ ਹਾਂ, ਪਰ ਮੈਨੂੰ ਗੁਰਦੁਆਰੇ ਨੇ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਦੱਸੀ ਹੈ, ਇਸ ਕਰਕੇ ਮੈਂ ਸੰਗਤ ਦੇ ਵਿੱਚ ਆ ਕੇ ਬੈਠਦਾ ਹਾਂ। ਗੁਰਦੁਆਰੇ ਨੇ ਮੈਨੂੰ ਸਿਖਾਇਆ ਹੈ ਵੀ ਸਾਰੀਆਂ ਥਾਵਾਂ 'ਤੇ ਉਹਨੂੰ ਵੇਖ। ਸਾਡਾ ਇੱਦਾਂ ਦਾ ਭਾਵ ਨਹੀਂ ਵੀ ਇੱਕੋ ਹੀ ਥਾਂ ਦੇ ਉੱਤੇ ਹੈ, ਪਰ ਇੱਥੇ ਵਿਸ਼ੇਸ਼ ਹੈ। ਇੱਥੇ ਵਿਸ਼ੇਸ਼ ਇਸ ਕਰਕੇ ਹੈ ਵੀ ਇਹਦੇ ਬਾਰੇ ਚੰਗੀ ਜਾਣਕਾਰੀ ਇੱਥੋਂ ਮਿਲ ਸਕਦੀ ਹੈ। ਇੱਕ ਹੋਰ ਉਦਾਹਰਣ ਕਹਿ ਕੇ ਤੇ ਮੈਂ ਦੂਸਰੀ ਗੱਲ ਸਾਂਝੀ ਕਰਾਂਗਾ। ਗੰਗਾ ਨਦੀ ਹਿੰਦੁਸਤਾਨ ਦੇ ਕਿੰਨੇ ਥਾਵਾਂ ਦੇ ਉੱਤੇ ਵਗਦੀ ਹੈ, ਪਰ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੋਂ ਕਿੰਨੀ ਪਵਿੱਤਰ ਹੈ, ਅਤੇ ਬਾਅਦ ਦੇ ਵਿੱਚ ਜਦੋਂ ਵਗਦਿਆਂ ਕਈਆਂ ਸ਼ਹਿਰਾਂ ਦੀਆਂ ਫੈਕਟਰੀਆਂ ਉਹਦੇ ਵਿੱਚ ਆ ਕੇ ਆਪਣਾ ਪਾਣੀ ਸੁੱਟ ਦਿੰਦੀਆਂ ਨੇ, ਫਿਰ ਕੀ ਰਹਿ ਜਾਂਦੀ ਹੈ? ਸਾਨੂੰ ਸਾਰਿਆਂ ਨੂੰ ਪੜ੍ਹਿਆ ਹੋਵੇਗਾ ਨਾ ਉਹਦੇ ਬਾਰੇ। ਜਿੱਥੋਂ ਜਮਨਾ ਸ਼ੁਰੂ ਹੁੰਦੀ ਹੈ ਉੱਥੋਂ ਤਾਂ ਐਡੀ ਪਲੀਤ ਨਹੀਂ ਹੈ ਜਿੱਥੋਂ ਦੀ ਹੁਣ ਦਿੱਲੀ ਦੇ ਵਿੱਚ ਆ ਕੇ ਹੋ ਜਾਂਦੀ ਹੈ। ਗੱਲ ਕੀ ਹੈ, ਇੱਥੇ ਇੱਕ ਪ੍ਰਭਾਵ ਹੈ, ਇੱਥੇ ਇੱਕ ਔਰਾ ਹੈ, ਇੱਥੇ ਇੱਕ ਐਟਮੋਸਫੇਅਰ ਹੈ, ਜਿੱਥੇ ਤੁਸੀਂ ਚਾਹ ਕੇ ਵੀ ਉਹੋ ਜਿਹਾ ਸੁਭਾਅ ਨਹੀਂ ਬਣਾ ਸਕਦੇ, ਕਿਉਂਕਿ ਇੱਥੇ ਬਾਕੀਆਂ ਦਾ ਸੁਭਾਅ ਕਾਊਂਟ ਹੋ ਰਿਹਾ ਹੈ। ਇੱਦਾਂ ਦੇ ਸੁਭਾਅ ਦੀ ਨਾ ਇੱਕ ਵਿਆਖਿਆ ਬੋਲੀ ਹੈ ਪ੍ਰੋਫੈਸਰ ਭਗਤ ਪੂਰਨ ਸਿੰਘ ਉਹਨਾਂ ਨੇ। ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ, ਉਹਨਾਂ ਨੇ ਸੰਗਤ ਦੇ ਬਾਰੇ ਬੋਲਿਆ। ਸ਼ਾਇਦ ਆਪ ਜੀ ਜਾਣਦੇ ਹੋਵੋਗੇ, ਉਹਨਾਂ ਦਾ ਜਨਮ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਸੀ। 1904 ਦਾ ਉਹਨਾਂ ਦਾ ਜਨਮ ਹੈ। ਰਾਮਜੀ ਦਾਸ ਨਾਮ ਸੀ ਉਹਨਾਂ ਦਾ। ਅਜੇ ਵੀ ਤੁਸੀਂ ਅੰਮ੍ਰਿਤਸਰ ਜਾਓਗੇ ਤੇ ਜਦੋਂ ਬਾਏ ਟ੍ਰੇਨ ਜਾਂਦੇ ਜੇ ਤੇ ਉਹਦੇ ਤੋਂ ਪਹਿਲਾਂ ਮਾਨਾਵਾਲਾ ਸਟੇਸ਼ਨ ਆਉਂਦਾ ਹੈ, ਉੱਥੇ ਮਾਨਾਵਾਲਾ ਹੀ ਉਹਨਾਂ ਦਾ ਪਿੰਗਲਵਾੜਾ ਹੈ। ਵੈਸੇ ਪਹਿਲਾਂ ਸ਼ਹਿਰ ਦੇ ਨਾਲ ਹੁੰਦਾ ਸੀ। ਭਗਤ ਪੂਰਨ ਸਿੰਘ ਹੋਣਾ ਨੇ ਸੰਗਤ ਦੇ ਬਾਰੇ ਇੱਕ ਗੱਲ ਬੋਲੀ ਹੈ, ਕਹਿੰਦੇ ਮੈਂ ਲਗਭਗ 14 ਕੁ ਸਾਲ ਦਾ ਸੀ, ਸ਼ਾਇਦ 1918 ਦੀ ਉਹ ਗੱਲ ਹੋਵੇ। ਮੈਂ 14 ਕੁ ਸਾਲ ਦਾ ਸੀ ਤੇ ਸਾਡੇ ਪਿੰਡ ਦੇ ਵਿੱਚ ਗੁਰਮਤ ਦਾ ਬਹੁਤਾ ਪ੍ਰਚਾਰ ਨਹੀਂ ਸੀ ਹੁੰਦਾ। ਸਾਡੇ ਪਿੰਡ ਦੇ ਵਿੱਚ ਧਰਮਸ਼ਾਲਾ ਹੈ ਸੀ, ਪਰ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਕਹਿੰਦੇ ਕਿ ਪ੍ਰਕਾਸ਼ ਨਹੀਂ ਸੀ ਹੁੰਦਾ। ਕਿਤੇ ਸਮੇਂ ਬਾਅਦ ਅਖੰਡ ਪਾਠ ਸਾਹਿਬ ਹੋਣਾ ਤੇ ਮੇਰੀ ਮਾਤਾ ਨੇ ਮੈਨੂੰ ਭੇਜ ਦੇਣਾ ਵੀ ਜਾ ਕੇ ਅਖੰਡ ਪਾਠ ਸੁਣ ਕੇ ਆ। ਸਿੱਖੀ ਦਾ ਪ੍ਰਚਾਰ ਨਹੀਂ ਸੀ ਕਹਿੰਦੇ ਸਾਡੇ ਪਿੰਡ ਦੇ ਵਿੱਚ ਬਹੁਤਾ, ਇਸ ਕਰਕੇ ਮੈਨੂੰ ਸਿੱਖ ਧਰਮ ਦੇ ਬਾਰੇ ਜਾਣਕਾਰੀ ਵੀ ਨਹੀਂ ਸੀ। ਤੇ ਜਾਣਕਾਰੀ ਹੋਣ ਦੀ ਨਾ ਹੋਣ ਦੀ ਕਰਕੇ ਮੈਨੂੰ ਜਾਣਕਾਰੀ ਦੀ ਘਾਟ ਸੀ। ਇਸ ਕਰਕੇ ਕੀ ਹੋਇਆ ਵੀ ਜਿਹੜਾ ਸਰਹੰਦ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਨਾ, ਆਪ ਜੀ ਜਾਣਦੇ ਹੋਵੋਗੇ, 3 ਦਿਨ ਹੁੰਦਾ ਹੈ ਦਸੰਬਰ ਦੇ ਵਿੱਚ, ਠੰਡ ਬਹੁਤ ਹੁੰਦੀ ਹੈ ਉਦੋਂ। ਤੇ ਉਸ ਜੋੜ ਮੇਲੇ ਨੂੰ ਅਸੀਂ ਮੇਲਾ ਹੀ ਕਹਿ ਛੱਡਦੇ ਸੀ। ਇਹ ਹੁਣ ਸਾਡੀ ਸਮਝ ਦਾ ਲੈਵਲ ਹੈ ਵੀ ਅਸੀਂ ਮੇਲੇ ਨੂੰ ਤੇ ਸ਼ਹੀਦੀ ਜੋੜ ਮੇਲੇ ਨੂੰ ਕਿੱਦਾਂ ਸਮਝਦੇ ਹਾਂ। ਮੇਲਾ ਤੇ ਸਾਰੀਆਂ ਥਾਵਾਂ ਦੇ ਉੱਤੇ ਲੱਗ ਜਾਂਦਾ ਹੈ, ਸ਼ਹੀਦੀ ਜੋੜ ਮੇਲ ਜਿਹੜਾ ਹੁੰਦਾ ਹੈ ਉਹ ਫਤਿਹਗੜ੍ਹ ਸਾਹਿਬ ਦੇ ਅਸਥਾਨ ਦੇ ਉੱਤੇ ਹੁੰਦਾ ਹੈ, ਚਮਕੌਰ ਸਾਹਿਬ ਵੀ ਹੁੰਦਾ ਹੈ। ਚਲੋ ਜਿੱਥੋਂ ਦੀ ਆਪਾਂ ਗੱਲ ਕਰਨੀ ਹੈ ਵੀ ਮੈਂ ਇਸ ਮੇਲੇ ਨੂੰ ਆਮ ਜਿਹਾ ਮੇਲਾ ਹੀ ਸਮਝ ਛੱਡਦਾ ਸੀ। ਸਾਡੇ ਇਲਾਕੇ ਦੇ ਲੋਕ ਵੀ ਸਾਰਾ ਕੁਝ ਇਹੋ ਹੀ ਕਹਿੰਦੇ ਹੁੰਦੇ ਸੀ। ਤੇ ਕਹਿੰਦੇ ਵੀ ਇੱਕ ਵਾਰ ਸਬੱਬ ਬਣ ਗਿਆ, ਮੈਂ ਸੋਚਿਆ ਵੀ ਇਸ ਸ਼ਹੀਦੀ ਅਸਥਾਨ ਦੇ ਉੱਤੇ ਜਾਇਆ ਜਾਵੇ। ਮੈਂ ਤੇ ਮੇਲਾ ਹੀ ਸੋਚ ਕੇ ਆਇਆ ਸੀ ਵੀ ਮੇਲਾ ਹੀ ਵੇਖਣ ਜਾਣਾ ਹੈ। 14 ਕੁ ਸਾਲ ਮੇਰੀ ਉਮਰ ਸੀ ਤੇ ਮੈਂ ਕਦੀ ਪਹਿਲਾਂ ਇੰਨੇ ਅਸਥਾਨਾਂ ਦੇ ਉੱਤੇ ਗਿਆ ਨਹੀਂ ਸੀ, ਐਡੀ ਭਾਰੀ ਸੰਗਤ ਵੇਖੀ ਵੀ ਨਹੀਂ ਸੀ। ਤੇ ਮੈਂ ਰਹਿਣਾ ਸੀ ਉੱਥੇ 2 ਦਿਨ, ਤੇ ਹੁਣ ਰਾਤ ਰਹਿਣ ਦਾ ਪ੍ਰਬੰਧ ਕਿੱਦਾਂ ਹੋਵੇ? 14 ਕੁ ਸਾਲ ਦੀ ਉਮਰ ਤੇ ਇਹ ਵੀ ਬੜੀ ਵੱਡੀ ਮੁਸ਼ਕਿਲ ਸੀ। ਤੇ ਉਹ ਕਹਿੰਦੇ ਵੀ ਸਾਡੇ ਪਿੰਡ ਦੀਆਂ ਉੱਥੇ ਕੁਝ ਬੱਚੀਆਂ ਵਿਆਹੀਆਂ ਹੋਈਆਂ ਸੀ, ਸਾਡੀਆਂ ਭੈਣਾਂ ਵਿਆਹੀਆਂ ਹੋਈਆਂ ਸੀ, ਚਲੋ ਰਹਿਣ ਦਾ ਪ੍ਰਬੰਧ ਵੀ ਹੋ ਗਿਆ ਵੀ ਉਹਨਾਂ ਦੇ ਕੋਲ ਜਾ ਕੇ ਰਹਿ ਲਵਾਂਗੇ। ਇੱਥੋਂ ਉਹਨਾਂ ਦੇ ਪਿੰਡ ਤੋਂ ਲਗਭਗ ਇਹ 30 ਕਿਲੋਮੀਟਰ ਦੂਰ ਸੀ। ਇੱਥੇ ਆ ਕੇ ਜਦੋਂ ਉਹ ਫਤਿਹਗੜ੍ਹ ਸਾਹਿਬ ਕਹਿੰਦੇ ਮੈਂ ਮੇਲੇ ਦੇ ਉੱਤੇ, ਜੋੜ ਮੇਲ ਦੇ ਉੱਤੇ ਪਹੁੰਚਾ, ਤੇ ਜਿਹੜੀਆਂ ਉਹਨਾਂ ਨੇ 2-3 ਗੱਲਾਂ ਬੋਲੀਆਂ ਨੇ ਵੀ ਮੇਰੇ ਉੱਤੇ ਕੀ ਪ੍ਰਭਾਵ ਪਿਆ। ਹੈ ਸੰਗਤ ਹੀ ਹੈ, ਅਸੀਂ ਇਹਨੂੰ ਜਿਉਂਦਿਆਂ ਬੰਦਿਆਂ ਦੀ ਸੰਗਤ ਕਹਿੰਦੇ ਹਾਂ ਵੀ ਜਿਉਂਦਿਆਂ ਬੰਦਿਆਂ ਦੀ ਸੰਗਤ ਦਾ ਕੀ ਅਸਰ ਹੁੰਦਾ ਹੈ। ਜੇ ਤੁਸੀਂ ਫਤਿਹਗੜ੍ਹ ਸਾਹਿਬ ਜੋੜ ਮੇਲ ਦੇ ਉੱਤੇ ਜਾਂਦੇ ਜੇ
ਤੇ ਤੁਸੀਂ ਉਹਨੂੰ ਕਿੱਦਾਂ ਜੀਊ ਕੇ ਵੇਖਦੇ ਜੇ। ਇਸੇ ਕਰਕੇ ਇੱਕ ਗੱਲ ਵਿੱਚੋਂ ਕਹਿ ਕੇ ਮੈਂ ਮਾਫੀ ਮੰਗਾਂਗਾ ਕਿ ਵੇਖੋ ਸਾਡੇ ਵਿੱਚੋਂ ਬਹੁਤੇ ਪਤਾ ਕੀ ਕਹਿਣ ਲੱਗ ਪੈਂਦੇ ਨੇ, ਜੀ ਹੋਲੇ ਮਹੱਲੇ 'ਤੇ ਨਹੀਂ ਜਾਣਾ, ਭੀੜ ਬੜੀ ਹੁੰਦੀ ਹੈ, ਵਿਸਾਖੀ 'ਤੇ ਨਹੀਂ ਜਾਣਾ, ਭੀੜ ਬੜੀ ਹੁੰਦੀ ਹੈ। ਮਤਲਬ ਅਸੀਂ ਭੀੜ ਤੋਂ ਬਚਣਾ ਚਾਹੁੰਦੇ ਹਾਂ, ਪਰ ਜੋ ਅਸਲ ਦੇ ਵਿੱਚ ਗੱਲਾਂ ਭੀੜ ਦੇ ਵਿੱਚੋਂ ਮਿਲਦੀਆਂ ਨੇ ਉਹ ਭੀੜ ਦੇ ਵਿੱਚੋਂ ਹੀ ਮਿਲਣੀਆਂ ਨੇ। ਪਤਾ ਨਹੀਂ ਉੱਥੇ ਕਿਹੋ ਜਿਹਾ ਬੰਦਾ ਆ ਕੇ ਆਇਆ ਹੋਵੇ ਜਿਹਨੇ ਸਾਡੀ ਜ਼ਿੰਦਗੀ ਬਦਲ ਦੇਣੀ ਹੈ। ਉਹ ਕਹਿੰਦੇ ਮੈਂ ਪਹਿਲੀ ਵਾਰ ਵੇਖਿਆ ਸੀ ਇੱਦਾਂ ਦਾ ਨਜ਼ਾਰਾ, ਔਰ ਸਿੱਖ ਸੱਭਿਆਚਾਰ ਮੈਂ ਉੱਥੇ ਪਲਦਾ ਵੇਖਿਆ। ਅਤੇ ਸਭ ਤੋਂ ਵੱਡੀ ਗੱਲ ਕਹਿੰਦੇ ਕਿ ਮੈਂ ਸੰਗਤ ਦੇ ਵਿੱਚ ਬੈਠਾ ਹੋਇਆ ਸੀ ਅਤੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਵਾਲੇ ਉਹ ਵੀ ਸੰਗਤ ਦੇ ਵਿੱਚ ਆ ਕੇ ਬੈਠੇ ਹੋਏ ਸੀ, ਅਤੇ ਮੇਰੇ ਤੋਂ 4 ਬੰਦੇ ਅੱਗੇ ਬੈਠੇ ਸੀ। ਸੰਗਤ ਦੇ ਵਿੱਚ ਸਾਰੇ ਬਰਾਬਰ ਬੈਠੇ ਸੀ ਅਤੇ ਮੇਰੇ ਤੋਂ 4 ਬੰਦੇ ਅੱਗੇ ਜਿਹੜੇ ਸੀ ਉਹ ਮਹਾਰਾਜਾ ਭੁਪਿੰਦਰ ਸਿੰਘ ਬੈਠੇ ਸੀ। ਅਤੇ ਉਸ ਮਹਾਰਾਜਾ ਭੁਪਿੰਦਰ ਸਿੰਘ ਦਾ ਇੱਕ ਬੋਡੀਗਾਰਡ ਸੀ, ਉਹਦੀ ਏਜ ਜਿਹੜੀ ਸੀ ADC ਉਹਨਾਂ ਨੇ ਬੋਲਿਆ ਵੀ ਉਹਨਾਂ ਦੇ ਨਾਲ ਸੀ, 23 ਕੁ ਸਾਲ ਉਹਦੀ ਉਮਰ ਸੀ। ਹੁਣ 23 ਕੁ ਸਾਲ ਦੀ ਉਮਰ ਅਤੇ ਅਜੇ ਨਵੀਂ ਬੱਚੇ ਨੂੰ ਦਾੜੀ ਆ ਰਹੀ ਸੀ, ਉਹਨੂੰ ਵੀ ਹੈ ਅਫਸਰ ਸੀ, ਅਤੇ ਉਹਨੇ ਸਿਰ ਦੇ ਉੱਤੇ ਬੜੀ ਸੋਹਣੀ ਦਸਤਾਰ ਸਜਾਈ ਹੋਈ ਸੀ, ਅਤੇ ਅਜੇ ਇਹ ਕੇਸਾਧਾਰੀ ਨਹੀਂ ਸੀ ਕਿਉਂਕਿ ਹਿੰਦੂ ਪਰਿਵਾਰ ਦੇ ਵਿੱਚ ਜਨਮ ਹੋਇਆ ਸੀ, ਇਹ ਬਾਅਦ 'ਚ ਗੱਲ ਆਵੇਗੀ। ਅਤੇ ਉਹਨਾਂ ਨੇ ਉਹ ਕਹਿੰਦੇ ਕਿ ਮਹਾਰਾਜਾ ਬੈਠੇ ਹੋਏ ਸੀ, ਉਹਦਾ ਉਹ ਬੋਡੀਗਾਰਡ ਸੀ, ਮਹਾਰਾਜੇ ਤੋਂ ਥੋੜ੍ਹਾ ਜਿਹਾ ਹਟਵਾਂ ਹੋ ਕੇ ਨਾ ਅਤੇ ਉਹ ਕਿਸੇ ਮਹਿਰਾਬ ਦਾ ਆਸਰਾ ਲਾ ਕੇ ਅਤੇ ਮਹਾਰਾਜੇ ਦੇ ਵੱਲ ਨਿਗਾਹ ਰੱਖਣ ਲੱਗ ਪਿਆ। ਉਹਦੀ ਡਿਊਟੀ ਸੀ ਉਹ, ਅਤੇ ਸੁਭਾਵਿਕ ਕਹਿੰਦੇ ਵੀ ਉਸ ਜਿਹੜਾ ਉਹ ਜਵਾਨ ਸੀ ਉਹਦਾ ਫੇਸ ਮੇਰੇ ਵੱਲ ਹੋ ਗਿਆ। ਕਹਿੰਦੇ ਬਸ ਉਸ ਨੂੰ ਮੈਂ ਇੰਨੀ ਚੰਗੀ ਤਰ੍ਹਾਂ ਵੇਖਿਆ ਹੈ, ਬੜੀ ਵੱਡੀ ਉਮਰ 'ਚ ਉਹਨਾਂ ਨੇ ਗੱਲ ਲਿਖੀ ਹੈ, ਅਤੇ ਕਹਿੰਦੇ ਮੈਨੂੰ ਅਜੇ ਤੱਕ ਉਸ ਨੌਜਵਾਨ ਦੀ ਸ਼ਕਲ ਨਹੀਂ ਭੁੱਲਦੀ ਵੀ ਮੈਂ ਉਹਨੂੰ ਕਿਸ ਰੂਪ ਦੇ ਵਿੱਚ ਵੇਖਿਆ ਹੈ। ਔਰ ਭੁੱਲਣ ਦੀ ਤਾਂ ਗੱਲ ਦੂਰ ਹੈ, ਕਹਿੰਦੇ ਜਦੋਂ ਤੱਕ ਮੈਂ ਜਿਉਂਦਾ ਰਹਾਂਗਾ ਮੈਨੂੰ ਕਦੀ ਭੁੱਲੇਗੀ ਵੀ ਨਹੀਂ। ਮਤਲਬ ਇੰਝ ਲੱਗਦਾ ਵੀ ਜਿੱਦਾਂ ਅੱਜ ਹੀ ਵੇਖੀ ਹੋਵੇ। ਉਸ ਨੌਜਵਾਨ ਦਾ ਮੇਰੇ ਉੱਤੇ ਉਹਦੀ ਦਸਤਾਰ ਦਾ, ਉਹਦੇ ਦਾੜੇ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ ਵੀ ਮੈਨੂੰ ਕਦੀ ਭੁੱਲਦਾ ਨਹੀਂ ਹੈ। ਅਤੇ ਹੁਣ ਕਹਿੰਦੇ ਮੈਂ ਇੱਕ ਤਾਂ ਇਹ ਚੀਜ਼ ਬੜੇ ਕਮਾਲ ਦੀ ਵੇਖੀ, ਦੂਜੀਆਂ ਚੀਜ਼ਾਂ ਮੈਂ ਉਸ ਜੋੜ ਮੇਲ ਦੇ ਉੱਤੇ ਹੋਰ ਵੇਖੀਆਂ। ਜਿੱਦਣ ਲਗਭਗ 2-3 ਦਿਨ ਮੇਲਾ ਹੁੰਦਾ, ਤੁਸੀਂ ਵੇਖਿਆ ਹੋਵੇਗਾ, ਜੇ ਦਰਸ਼ਨ ਕੀਤੇ ਨੇ ਤਾਂ ਮਹਾਰਾਜ ਸਮਾਂ ਬਖਸ਼ੇ ਇੱਕ ਵਾਰ ਕੱਢ ਕੇ ਜ਼ਰੂਰ ਜਾਇਓ। ਬੜੀ ਕਮਾਲ ਦੀ ਚੀਜ਼ ਵੇਖਣ ਨੂੰ ਮਿਲ ਜਾਂਦੀ ਹੈ ਜੇ ਅਸੀਂ ਭਾਵਨਾ ਵਾਲੇ ਪਾਸੇ ਤੋਂ ਜਾਂਦੇ ਹਾਂ। ਅਤੇ ਤੁਹਾਨੂੰ ਬੜੇ ਲੋਕ ਅਜੇ ਵੀ ਉੱਦਾਂ ਹੀ ਵੇਖਣਗੇ ਵੀ ਜਿਨ੍ਹਾਂ ਨੂੰ ਬੜਾ ਅਹਿਸਾਸ ਹੋ ਰਿਹਾ ਵੀ ਜਿੱਦਾਂ ਅੱਜ ਦੀ ਘਟਨਾ ਹੋ ਗਈ ਹੈ ਸਰਹੰਦ ਦੇ ਵਿੱਚ। ਅਤੇ ਉਹ ਕਹਿੰਦੇ ਨੇ ਵੀ ਜਿਸ ਦਿਨ ਆਖਰੀ ਦਿਨ ਹੁੰਦਾ ਨਾ ਜੋੜ ਮੇਲ ਦਾ, ਉਹ ਦਿਨ ਨਗਰ ਕੀਰਤਨ ਕੱਢਿਆ ਜਾਂਦਾ ਹੈ। ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਤੱਕ ਆਉਂਦਾ ਹੈ। ਜੋਤੀ ਸਰੂਪ ਉਹ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸੰਸਕਾਰ ਹੋਏ ਸੀ। ਤੁਸੀਂ ਇਹਨਾਂ ਅਸਥਾਨਾਂ ਨੂੰ ਜਾਣਦੇ ਹੋਵੋਗੇ। ਅਤੇ ਉਹਨਾਂ ਨੇ ਕੀ ਗੱਲ ਬੋਲੀ, ਜਿਸ ਵੇਲੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਅਤੇ ਮਹਾਰਾਜਾ ਭੁਪਿੰਦਰ ਸਿੰਘ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਨੂੰ ਚੌਰ ਕਰਦੇ ਪਏ ਨੇ। ਸਾਰਾ ਸਫ਼ਰ ਉਹਨਾਂ ਨੇ ਨੰਗੇ ਪੈਰੀਂ ਚੌਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਨੂੰ। ਅਤੇ ਸੰਗਤ ਜਿਹੜੀ ਸੀ ਉਹ ਨਾਲ ਜਾ ਰਹੀ ਸੀ ਅਤੇ ਅੱਗੇ ਬੀਬੀਆਂ ਸ਼ਬਦ ਪੜ੍ਹਦੀਆਂ ਪਈਆਂ ਸੀ। ਉਹ ਕਹਿੰਦੇ ਮੈਂ 5 ਚੀਜ਼ਾਂ ਨੋਟ ਕੀਤੀਆਂ ਨੇ ਉਹਨਾਂ 2-3 ਦਿਨਾਂ ਦੇ ਵਿੱਚ, ਅਤੇ ਉਹਨਾਂ 5 ਚੀਜ਼ਾਂ ਨੇ ਮੇਰੀ ਜ਼ਿੰਦਗੀ ਬਣਾ ਕੇ ਰੱਖ ਦਿੱਤੀ ਹੈ। ਇੱਕ ਤਾਂ ਇਹ ਕਹਿੰਦੇ ਮੈਂ ਵੇਖਿਆ ਉਹ ADC, ਉਹ ਜਿਹੜਾ ਜਵਾਨ ਸੀ, ਮੈਨੂੰ ਕਦੀ ਨਹੀਂ ਭੁੱਲਦਾ। ਦੂਜੀ ਗੱਲ ਉਹਨਾਂ ਨੇ ਇਹ ਵੇਖੀ ਵੀ ਜੇ ਮਹਾਰਾਜਾ ਭੁਪਿੰਦਰ ਸਿੰਘ ਜਿਹੜਾ ਉਸ ਵੇਲੇ ਦਾ ਮਹਾਰਾਜਾ ਹੈ ਉਹ ਸੰਗਤ ਦੇ ਵਿੱਚ ਆ ਕੇ ਬਰਾਬਰ ਬੈਠਦਾ ਹੈ, ਅਤੇ ਇੱਕ ਚੀਜ਼ ਵੇਖੀ ਜਾਂਦੀ ਹੈ ਵੀ ਸੰਗਤ ਦੇ ਵਿੱਚ ਉੱਚਾ ਨੀਵਾਂ ਨਹੀਂ ਵੇਖਿਆ ਜਾਂਦਾ, ਸਾਰੇ ਬਰਾਬਰ ਆ ਕੇ ਬੈਠਣਗੇ। ਦੂਜੀ ਗੱਲ ਵੀ ਕੋਈ ਵੱਡੇ ਤੋਂ ਵੱਡਾ ਬੰਦਾ ਵੀ ਹੋਵੇ ਉਹ ਵੀ ਸੰਗਤ ਦੇ ਵਿੱਚ ਆ ਕੇ ਇਹ ਸੋਚਦਾ ਵੀ ਮੇਰੇ ਬੜੇ ਧੰਨ ਭਾਗ ਨੇ ਜਿਹੜਾ ਮੈਂ ਇੱਥੇ ਆ ਕੇ ਬੈਠਾ ਹੋਇਆ ਹਾਂ। ਕਿਉਂਕਿ ਮਹਾਰਾਜਾ ਭੁਪਿੰਦਰ ਸਿੰਘ ਨੇ ਉੱਥੇ ਲੈਕਚਰ ਦੇ ਵਿੱਚ ਬੋਲਿਆ ਸੀ, ਕਹਿੰਦੇ ਵੀ ਉਹਨਾਂ ਨੇ ਉਰਦੂ ਦੇ ਵਿੱਚ ਗੱਲ ਬੋਲੀ ਵੀ ਮੇਰੇ ਬੜੇ ਭਾਗ ਚੰਗੇ ਨੇ, ਮੈਨੂੰ ਆਹ ਸੰਗਤ ਨਸੀਬ ਹੋ ਗਈ ਹੈ। ਤੀਜਾ ਉਹ ਫਿਰ ਇੱਕ ਗੱਲ ਹੋਰ ਬੋਲਦੇ ਨੇ ਵੀ ਜਿਹੜੀ ਮੈਂ ਚੀਜ਼ ਵੇਖੀ ਵੀ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਅਤੇ ਸਿੱਖ ਇਸ਼ਨਾਨ ਕਰਦੇ ਪਏ ਨੇ ਹਨੇਰੇ ਦੇ ਵਿੱਚ। ਦਸੰਬਰ ਦੇ ਮਹੀਨੇ ਹੁੰਦੇ ਨੇ, ਠੰਡ ਦੇ ਮਹੀਨੇ ਹੁੰਦੇ ਨੇ, ਅਤੇ ਉਸ ਵੇਲੇ ਇਸ਼ਨਾਨ ਕਰਦੇ ਪਏ ਨੇ। ਅਤੇ ਫਿਰ ਆਖਰੀ ਗੱਲ ਕਹਿੰਦੇ ਸਭ ਤੋਂ ਵੱਡੀ ਗੱਲ ਮੈਂ ਜਿਹੜੀ ਵੇਖੀ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਦੇ ਉੱਤੇ ਵੀ ਮੇਰੇ ਵਰਗਾ 14 ਕੁ ਸਾਲ ਦੀ ਉਮਰ ਦਾ ਜਿਹੜਾ ਬੱਚਾ ਹੋਵੇ ਨਾ, ਉਹਨਾਂ ਨੂੰ ਇੱਦਾਂ ਸਮਝ ਲਓ ਵੀ ਇਹ ਮਹਿਸੂਸ ਹੋਵੇ ਵੀ ਤੁਸੀਂ ਜ਼ਿੰਦਗੀ 'ਚ ਕਰਨ ਕੀ ਆਏ ਜੇ। ਮੈਨੂੰ ਉਹ ਚੀਜ਼ ਬਣ ਗਈ ਵੀ ਜਦੋਂ ਮੈਂ ਕਹਿੰਦੇ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕੀਤੇ ਨਾ, ਸਾਰੀਆਂ ਸੰਗਤਾਂ ਦੇ ਚਿਹਰੇ ਦੇ ਉੱਤੇ ਉਦਾਸੀ, ਸਾਰਿਆਂ ਦੇ ਮਨ ਜਿਹੜੇ ਨੇ ਉਹ ਭਰੇ ਹੋਏ ਸੀ ਵੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ। ਅਤੇ ਕਹਿੰਦੇ ਮੈਂ ਜਦੋਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਨਾ, ਅਤੇ ਮੈਨੂੰ ਇੱਕ ਇਹੋ ਜਿਹੀ ਚੀਜ਼ ਮਹਿਸੂਸ ਹੋਈ। ਹੁਣ ਇਹੋ ਜਿਹੀ ਚੀਜ਼ ਦੀ ਵਿਆਖਿਆ ਕਿੱਥੇ ਹੈ ਸਾਡੇ ਕੋਲ, ਕਿਤੇ ਵੀ ਨਹੀਂ, ਇਹ ਤਾਂ ਅਨੁਭਵ ਦੀਆਂ ਗੱਲਾਂ ਨੇ। ਅਤੇ ਮੈਨੂੰ ਇੱਦਾਂ ਮਹਿਸੂਸ ਹੋਇਆ ਵੀ ਭਾਈ ਉਹ ਚੀਜ਼ਾਂ ਸ਼ਾਇਦ ਮੈਨੂੰ ਸਾਹਿਬਜ਼ਾਦੇ ਇਹ ਕਹਿ ਰਹੇ ਹੋਣ ਵੀ ਜ਼ਿੰਦਗੀ 'ਚ ਕਰਨ ਕੀ ਆਇਆ ਹੈ ਤੂੰ,
ਤੇਰੀ ਜ਼ਿੰਦਗੀ ਦਾ ਮਕਸਦ ਕੀ ਹੈ? ਬਸ ਕਹਿੰਦੇ ਮੈਂ ਉਸ ਚੀਜ਼ ਨੂੰ ਲੈ ਕੇ ਚੱਲਿਆ ਹਾਂ। ਅਤੇ ਉਹ ਚੀਜ਼ ਜਦੋਂ ਨਗਰ ਕੀਰਤਨ ਨਿਕਲਦਾ ਪਿਆ ਸੀ, ਨਗਰ ਕੀਰਤਨ, ਅਤੇ ਸੰਗਤ ਜਿਹੜੀ ਸੀ ਨਾ ਸ਼ਬਦ ਪੜ੍ਹਦੀ ਪਈ ਸੀ। ਅਤੇ ਸੰਗਤ ਕਹਿੰਦੇ ਕਿਉਂਕਿ ਮੈਂ ਕਦੀ ਕੀਰਤਨ ਸੁਣਿਆ ਨਹੀਂ ਸੀ, ਮੈਨੂੰ ਬਹੁਤੀ ਪਾਠ ਦੇ ਬਾਰੇ ਜਾਣਕਾਰੀ ਵੀ ਨਹੀਂ ਸੀ, ਅਤੇ ਮੈਨੂੰ ਨਹੀਂ ਸੀ ਪਤਾ ਵੀ ਕਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਸੀ। ਪਰ ਮੋਟੇ ਤੌਰ ਦੇ ਉੱਤੇ ਮੈਨੂੰ ਯਾਦ ਰਹਿ ਗਿਆ। ਅਤੇ ਯਾਦ ਕੀ ਰਹਿ ਗਿਆ? ਯਾਦ ਸ਼ਬਦ ਉਹ ਇਹ ਸੀ, ਜਦੋਂ ਬਾਅਦ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਅਸਥਾਨ ਦੇ ਉੱਤੇ ਆਉਂਦੇ ਨੇ, ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਕਿਹੜਾ ਸ਼ਬਦ ਸੀ ਜੋ ਪੜ੍ਹਿਆ ਜਾ ਰਿਹਾ। ਕਿਸੇ ਵੇਲੇ ਬੰਦਾ ਸੁਣ ਤੇ ਲੈਂਦਾ ਪਰ ਉਹਨੂੰ ਪੂਰਾ ਯਾਦ ਨਹੀਂ ਹੁੰਦਾ। ਸਾਡੇ ਨਾਲ ਸਾਰਿਆਂ ਦੇ ਨਾਲ ਹੋ ਜਾਂਦਾ। ਉਹ ਸ਼ਬਦ ਸੀ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਮ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਮੈਨੂੰ ਪਹਿਲਾਂ ਤਾਂ ਕਹਿੰਦੇ ਸਮਝ ਹੀ ਨਹੀਂ ਲੱਗੀ। ਚਲੋ ਜਦੋਂ ਫਿਰ ਕੀ ਹੋਇਆ ਕਿ ਜਿੱਦਣ ਉਹ ਜੋੜ ਮੇਲਾ ਸਮਾਪਤ ਹੋ ਗਿਆ, ਮੈਂ ਆਪਣੇ ਘਰ ਆਇਆ, ਅਤੇ ਘਰ ਆ ਕੇ ਅਤੇ ਆਪਣੀ ਮਾਤਾ ਨੂੰ ਕਹਿੰਦੇ ਨੇ ਵੀ ਮਾਤਾ ਮੈਂ ਨਾ ਇੱਕ ਫੌਜੀ ਨੌਜਵਾਨ ਵੇਖ ਕੇ ਆਇਆ, ਮੈਂ ADC ਨੂੰ ਵੇਖ ਕੇ ਆਇਆ, ਅਤੇ ਉਹਦੇ ਸਿਰ 'ਤੇ ਸੱਜੀ ਦਸਤਾਰ ਵੇਖ ਕੇ ਨਾ ਮੈਨੂੰ ਇੰਝ ਲੱਗਦਾ ਵੀ ਮੇਰੇ ਸਿਰ ਦੇ ਵਿੱਚ ਨਾ ਇੱਕ ਚੀਜ਼ ਘੱਟ ਹੈ, ਜਿਹਦੇ ਨਾਲ ਬੰਦਾ ਕੰਪਲੀਟ ਨਹੀਂ ਲੱਗਦਾ। ਜੇ ਉਹ ਹੋਵੇ, ਜਦੋਂ ਤੱਕ ਉਹ ਸਿਰ ਦੇ ਵਿੱਚ ਨਾ ਹੋਵੇ, ਅਤੇ ਉਦੋਂ ਤੱਕ ਬੰਦਾ ਕੰਪਲੀਟ ਨਹੀਂ ਹੈ। ਇਸ ਕਰਕੇ ਕਹਿੰਦੇ ਵੀ ਮੈਂ ਆਪਣੀ ਮਾਤਾ ਨੂੰ ਕਹਿ ਦਿੱਤਾ ਵੀ ਮੈਂ ਕੇਸ ਰੱਖਣੇ ਨੇ। ਅਤੇ ਉਹਨਾਂ ਨੇ ਲਿਖਿਆ ਹੈ ਇਹ ਵੀ ਮਾਤਾ ਨੇ ਮੈਨੂੰ ਅੱਗੋਂ 2 ਗੱਲਾਂ ਬੋਲੀਆਂ ਸੀ। ਇੱਕ ਤਾਂ ਕਹਿੰਦੇ ਵੀ ਇਹ ਗੱਲ ਬੋਲੀ ਵੀ 10ਵੀਂ ਪਾਸ ਕਰ ਲਾ ਅਤੇ ਫਿਰ ਰੱਖ ਲਈ, ਅਤੇ ਦੂਜੀ ਗੱਲ ਕਹਿੰਦੇ ਸ਼ਾਇਦ ਮਾਤਾ ਨੇ ਇਹ ਵੀ ਬੋਲੀ ਹੋਵੇ ਵੀ ਕੇਸ ਭਾਰੇ ਹੁੰਦੇ ਨੇ ਅਤੇ ਅਜੇ ਨਾ ਰੱਖ। ਇਸ ਮੈਂਟੈਲਿਟੀ ਦੇ ਵਿੱਚ ਗੱਲਾਂ ਆ ਜਾਂਦੀਆਂ ਨੇ ਨਾ। ਕਹਿੰਦੇ ਵੀ ਮੈਨੂੰ ਮਾਤਾ ਨੇ ਬੋਲਿਆ। ਕਹਿੰਦੇ ਚਲੋ ਮਹਾਰਾਜ ਦੀ ਖੇਡ ਵਾਪਰ ਗਈ। ਉਹਨਾਂ ਤੋਂ 6 ਸਾਲ ਬਾਅਦ ਉਸ ਮੇਲੇ ਤੋਂ 18 ਤੋਂ ਲੈ ਕੇ 24 ਦਾ ਸਮਾਂ ਆ ਜਾਂਦਾ ਹੈ। ਕਹਿੰਦੇ ਮੈਂ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਲਾਹੌਰ ਚਲਾ ਗਿਆ। ਮੇਰੀ ਜ਼ਿੰਦਗੀ ਦਾ ਪਹਿਲਾ ਸ਼ਬਦ ਸੀ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਕਹਿੰਦੇ ਉਸ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਬੈਠ ਕੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਅਸਥਾਨ 'ਤੇ ਬੈਠ ਕੇ 1924 ਦੇ ਵਿੱਚ ਮੈਂ ਸੇਵਾ ਆਰੰਭੀ। ਪਾਰਟੀਸ਼ਨ ਤੱਕ 1947 ਤੱਕ ਮੈਂ ਉਸ ਅਸਥਾਨ ਦੀ ਸੇਵਾ ਕੀਤੀ ਹੈ ਨਾ। ਅਤੇ ਉਸ ਸ਼ਬਦ ਨੂੰ ਮੈਂ ਪਤਾ ਨਹੀਂ ਕਿੰਨੀ ਵਾਰ ਫਿਰ ਸੁਣਿਆ। ਮੇਰਾ ਸਿੱਖੀ ਦਾ ਪਹਿਲਾ ਸਬਕ ਸੀ ਉਹ, ਜਿਹੜਾ ਮੈਂ ਸੰਗਤ ਦੇ ਵਿੱਚੋਂ ਮਹਿਸੂਸ ਕੀਤਾ, ਉਸ ਨੂੰ ਮੈਂ ਪਹਿਲੀ ਵਾਰ ਸੁਣਿਆ ਹੈ। ਅਤੇ ਮੈਂ ਉਸ ਸ਼ਬਦ ਦੇ ਆਸਰੇ ਦੇ ਉੱਤੇ ਹੀ ਮੈਂ ਇੰਨੀ ਸੇਵਾ ਉਸ ਗੁਰਦੁਆਰੇ ਦੇ ਵਿੱਚ ਰਹਿ ਕੇ ਕੀਤੀ ਹੈ ਅਤੇ ਮਨੁੱਖਤਾ ਦੀ ਸੇਵਾ ਕੀਤੀ ਹੈ। ਉਸ ਸ਼ਬਦ ਦਾ ਮੇਰੇ ਉੱਤੇ ਕਿੰਨਾ ਪ੍ਰਭਾਵ ਹੈ। ਮਤਲਬ ਕੀ ਹੈ ਵੀ ਹੈ ਤੇ ਸਾਰੀਆਂ ਥਾਵਾਂ 'ਤੇ ਵਾਪਰਦਾ ਪਿਆ ਹੈ, ਪਰ ਸੰਗਤ ਦੇ ਵਿੱਚੋਂ ਉਹਦੇ ਦਰਸ਼ਨ ਹੋ ਗਏ। ਮੈਂ ਇਸ ਕਰਕੇ ਆਪ ਜੀ ਨੂੰ ਬੇਨਤੀ ਕਰਦਾ ਹਾਂ, ਭਾਈ ਗੁਰਦਾਸ ਸਾਹਿਬ ਨੇ ਬੋਲਿਆ ਹੈ ਸਾਰੀਆਂ ਥਾਵਾਂ ਦੇ ਉੱਤੇ, ਪ੍ਰਤੱਖ ਸੰਗਤ ਦੇ ਵਿੱਚ ਹੋਵੇਗਾ। ਪਰ ਇਹਨੂੰ ਸਮਝੋ, ਸੰਗਤ ਦਾ ਮਤਲਬ ਕੀ ਹੁੰਦਾ ਹੈ? ਸੰਗਤ ਦਾ ਮਤਲਬ ਹੁੰਦਾ ਹੈ ਜਿਉਂਦਿਆਂ ਬੰਦਿਆਂ ਦੀ ਸੰਗਤ। ਜਿਉਂਦਿਆਂ ਬੰਦਿਆਂ ਦੀ ਸੰਗਤ ਆਪ ਜੀ ਸਮਝਦੇ ਹੋਵੋਗੇ। ਅਤੇ ਸੰਗਤ ਦਾ ਮਤਲਬ, ਮਾफ़ ਕਰਨਾ ਮੈਂ ਮਾफ़ੀ ਮੰਗ ਕੇ ਕਹਿ ਰਿਹਾ ਹਾਂ, ਸੰਗਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਸਟ ਇੱਕ ਫਾਰਮੈਲਿਟੀ ਹੈ ਵੀ ਆਉਣਾ ਹੈ ਅਤੇ ਆ ਕੇ ਚਲੇ ਜਾਣਾ ਹੈ। ਮੈਂ ਕੱਲ੍ਹ ਵੀ ਬੋਲਿਆ ਹੈ, ਸੰਗਤ ਦਾ ਮਤਲਬ ਹੈ ਸੁਣਨਾ। ਤੁਸੀਂ ਸਮਾਂ ਦੇ ਰਹੇ ਜੇ ਆਪਣੀ ਜ਼ਿੰਦਗੀ ਦਾ। ਜੇ ਤੁਹਾਡੀ ਉਮਰ ਵਾਹਿਗੁਰੂ ਤੰਦਰੁਸਤੀਆਂ ਦੇਵੇ, ਜੇ ਰੱਬ ਨੇ 50 ਸਾਲ ਲਿਖੀ ਹੈ ਨਾ, ਅਤੇ ਤੁਸੀਂ ਰੋਜ਼ ਅੱਧਾ ਘੰਟਾ ਦੇ ਰਹੇ ਗੁਰਦੁਆਰੇ ਨੂੰ, 1 ਘੰਟਾ ਦੇ ਰਹੇ ਜੇ, ਅਤੇ ਭਾਈ ਉਸ 1 ਘੰਟੇ ਨੂੰ ਕਿਸ ਰੂਪ ਦੇ ਵਿੱਚ ਵਰਤਦੇ ਪਏ ਜੇ? ਤੁਹਾਨੂੰ ਕਿੰਨੇ ਕੁ ਜਿਉਂਦੇ ਬੰਦੇ ਲੱਭਦੇ ਪਏ ਨੇ ਸੰਗਤ ਦੇ ਵਿੱਚ? ਜਿਉਂਦਿਆਂ ਬੰਦਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰੀਏ। ਮਹਾਰਾਜ ਕਹਿੰਦੇ ਇਸ ਕਰਕੇ ਇੱਥੇ ਜ਼ਿਆਦਾ ਵਿਸ਼ੇਸ਼ ਹੋ ਕੇ ਵਰਤਦਾ ਹੈ। ਇੱਥੇ ਤੁਹਾਨੂੰ ਜਿਉਂਦੇ ਬੰਦੇ ਮਿਲ ਜਾਣਗੇ। ਅਨੰਦਪੁਰ ਸਾਹਿਬ ਚਲੇ ਜਾਓ, ਕਿੰਨੇ ਜਿਉਂਦਿਆਂ ਦੇ ਦਰਸ਼ਨ ਹੋ ਜਾਣਗੇ। ਤੁਸੀਂ ਫਤਿਹਗੜ੍ਹ ਚਲੇ ਜਾਓ, ਦਰਬਾਰ ਸਾਹਿਬ ਚਲੇ ਜਾਓ, ਅੰਮ੍ਰਿਤਸਰ, ਉਹਨਾਂ ਨੂੰ ਛੱਡੋ, ਇਤਿਹਾਸਕ ਸਥਾਨਾਂ ਦੀ ਗੱਲ ਛੱਡੋ, ਤੁਸੀਂ ਇਹਨਾਂ ਹੀ ਥਾਵਾਂ ਦੇ ਉੱਤੇ ਆ ਜਾਓ, ਤੁਹਾਨੂੰ ਕਿੰਨੀਆਂ ਥਾਵਾਂ ਦੇ ਉੱਤੇ ਜਿਉਂਦੇ ਬੰਦਿਆਂ ਦੇ ਦਰਸ਼ਨ ਹੋ ਜਾਣਗੇ। ਪਰ ਉਹ ਤਾਂ ਹੋਣਗੇ ਜੇ ਘੱਟੋ ਘੱਟ ਅਸੀਂ ਉਹਨੂੰ ਮਹਿਸੂਸ ਕਰਕੇ ਚੱਲਦੇ ਹਾਂ। ਸਾਡੀ ਮਹਿਸੂਸ ਕਰਨ ਵਾਲੀ ਇੱਕ ਭਾਵਨਾ ਹੋਣੀ ਚਾਹੀਦੀ ਹੈ। ਨਹੀਂ ਤਾਂ ਵੇਖ ਲਓ, ਫਾਰਮੈਲਿਟੀ ਤੇ ਸੰਗਤ ਹੁੰਦੀ ਹੈ। ਸੰਗਤ ਤੇ ਕਿੰਨੀ ਹੁੰਦੀ ਹੈ, ਕਿੰਨੇ ਕੀਰਤਨ ਦਰਬਾਰ ਹੁੰਦੇ ਨੇ, ਕਿੰਨੇ ਜਗਰਾਤੇ ਹੋਈ ਜਾ ਰਹੇ ਨੇ, ਕਿੰਨੇ ਜਿਹੜੇ ਨੇ ਤੁਸੀਂ ਵੇਖੋ ਹੋਰਨਾਂ ਦੇ ਸਮਾਗਮ ਹੋ ਰਹੇ ਨੇ। ਬੰਦੇ ਦੀ ਜ਼ਿੰਦਗੀ 'ਚ ਕੋਈ ਬਦਲਾਅ ਆਉਂਦਾ? ਤੁਹਾਨੂੰ ਲੱਗਦਾ ਵੀ ਕੋਈ ਚੇਂਜ ਆ ਰਿਹਾ ਹੈ? ਕੋਈ ਚੇਂਜ ਨਹੀਂ ਆਉਂਦਾ। ਉੱਥੇ ਕਿ ਜੀ ਖੜੀ ਹੈ, ਕਿਉਂਕਿ ਸਾਡੀ ਸੰਗਤ ਹੀ ਉੱਥੋਂ ਤੱਕ ਹੈ। ਅਸੀਂ ਸੰਗਤ ਨੂੰ ਚੇਂਜ ਦਾ ਸਾਧਨ ਨਹੀਂ ਮੰਨਦੇ। ਮਹਾਰਾਜ ਕਹਿੰਦੇ ਸੰਗਤ ਤੇ ਇੱਦਾਂ ਦੀ ਹੈ ਵੀ ਜਿੱਥੇ ਉਹ ਆਪ ਵਰਤਦਾ ਪਿਆ ਹੈ ਅਤੇ ਉਹਦਾ ਵਰਤਣਾ ਸਾਨੂੰ ਮਹਿਸੂਸ ਹੋਵੇ। ਤੁਸੀਂ ਗੁਰਦੁਆਰੇ ਵਿੱਚ ਆ ਕੇ ਉਹਨੂੰ ਕਿਵੇਂ ਮਹਿਸੂਸ ਕਰਦੇ ਹੋ? ਵੀ ਤੁਹਾਨੂੰ ਗੁਰਦੁਆਰੇ ਵਿੱਚ ਆ ਕੇ ਉਹਦੇ ਬਾਰੇ ਕੁਝ ਅਨੁਭਵ ਹੁੰਦਾ ਹੈ, ਉਹਦੇ ਬਾਰੇ ਕੁਝ ਮਹਿਸੂਸ ਹੁੰਦਾ ਹੈ। ਹਰ ਦਿਨ ਕੀਰਤਨ ਇੱਕੋ ਜਿਹਾ ਨਹੀਂ ਹੋ ਰਿਹਾ ਹੁੰਦਾ, ਜੋ ਮੇਰਾ ਖਿਆਲ ਹੈ। ਹਰ ਦਿਨ ਕਥਾ ਵੀ ਇੱਕੋ ਜਿਹੀ ਨਹੀਂ ਹੋ ਰਹੀ ਹੁੰਦੀ। ਕਿਸੇ ਦਿਨ ਕਥਾ ਦਾ ਇੱਕ ਪਾਸਾ ਹੋਰ ਹੀ ਹੋਇਆ ਹੁੰਦਾ ਹੈ। ਮੈਂ ਨਹੀਂ ਕਹਿੰਦਾ ਮੈਂ ਕਰਦਾ, ਮੈਂ ਖੁਦ ਆਪਣੀ ਕਥਾ ਨੂੰ ਸੁਣਦਾ। ਇਹ ਵੀ ਇਸ ਕਰਕੇ ਨਹੀਂ ਵੀ ਮੈਂ ਕਹਾਂ ਵੀ ਮੈਨੂੰ ਬੜਾ ਇਸ ਪਾਸੇ ਤੋਂ ਵੀ ਗਿਆਨ ਝਾੜਨ ਦੀ ਗੱਲ ਹੈ, ਕੋਈ ਨਹੀਂ। ਸਿਰਫ ਇਸ ਕਰਕੇ ਵੀ ਚਲੋ ਕੁਝ ਪਤਾ ਵੀ ਲੱਗ ਜਾਂਦਾ ਵੀ ਆਪਾਂ ਕਿੱਥੇ ਕਿਤੇ ਖੜੇ ਹੋਏ ਹਾਂ। ਦੂਜਾ ਸੁਣ ਕੇ ਸਮਝ ਆਉਂਦੀ ਹੈ, ਉਹਨਾਂ ਬੋਲ ਕੇ ਸਮਝ ਨਹੀਂ ਆਉਂਦੀ ਜਿੰਨਾ ਸੁਣ ਕੇ ਸਮਝ ਆਉਂਦੀ ਹੈ। ਹਰ ਦਿਨ ਕਥਾ ਵੀ ਇੱਕੋ ਜਿਹੀ ਨਹੀਂ ਹੁੰਦੀ, ਇਹ ਤੁਸੀਂ ਵੀ ਮਹਿਸੂਸ ਕਰੋਗੇ।
ਕਿਸੇ ਦਿਨ ਲੱਗਦਾ ਵੀ ਬਸ ਟਾਈਮ ਹੀ ਪੂਰਾ ਹੋ ਰਿਹਾ, ਅਤੇ ਕਿਸੇ ਦਿਨ ਲੱਗਦਾ ਵੀ ਨਹੀਂ ਅੱਜ ਕੁਝ ਹੈ। ਤੁਹਾਡੇ ਲਈ ਨਹੀਂ, ਮੈਂ ਆਪਣੀ ਗੱਲ ਕਰਦਾ, ਤੁਸੀਂ ਉਹਨੂੰ ਕਿੱਦਾਂ ਸੋਚਦੇ ਜੇ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ। ਹਰ ਦਿਨ ਕੀਰਤਨ ਵੀ ਇੱਕੋ ਜਿਹਾ ਨਹੀਂ ਹੁੰਦਾ। ਕਿਸੇ ਦਿਨ ਕੀਰਤਨ ਦਾ ਲੈਵਲ ਹੀ ਕੁਝ ਹੋਰ ਹੋਇਆ ਹੁੰਦਾ ਹੈ, ਕਿਸੇ ਦਿਨ ਕੀਰਤਨ ਕੁਝ ਹੋਰ ਪਾਸੇ ਦਾ ਹੋਇਆ ਹੁੰਦਾ ਹੈ। ਇਸ ਕਰਕੇ ਜਿੱਦਣ ਉਹ ਵਰਤਦਾ ਹੈ, ਸੰਗਤ ਦੇ ਵਿੱਚ ਤੇ ਹਰ ਵੇਲੇ ਵਰਤਦਾ ਹੈ, ਪਰ ਜਿੱਦਣ ਉਹਨੇ ਕਿਰਪਾ ਕਰ ਦਿੱਤੀ, ਮੈਨੂੰ ਮਹਿਸੂਸ ਹੋ ਗਿਆ ਹੈ ਨਾ ਬਸ ਆਹ ਚੀਜ਼ ਲੱਭਣੀ ਹੁੰਦੀ ਹੈ, ਫਿਰ ਸਾਡੀ ਉਹ ਸੰਗਤ ਵੀ ਏਡੀ ਵੱਡੀ ਹੈ ਵੀ ਅਸੀਂ ਹੈਰਾਨ ਹੋ ਜਾਵਾਂਗੇ। ਸੰਗਤ ਦੇ ਵਿੱਚ ਆਉਣ ਦਾ ਆਨੰਦ ਬਣ ਗਿਆ। ਸਾਨੂੰ ਹਰ ਦਿਨ ਇੰਜ ਲੱਗੇਗਾ ਵੀ ਅੱਜ ਮੈਂ ਨਵਾਂ ਕੁਝ ਸਿੱਖਿਆ ਹੈ, ਅੱਜ ਮੈਂ ਨਵਾਂ ਕੁਝ ਮਾਣਿਆ ਹੈ। ਫਿਰ ਇਸ ਪ੍ਰਭਾਵ ਨੂੰ ਲੈ ਕੇ ਘਰ ਦੇ ਵਿੱਚ ਜਾਵਾਂਗੇ, ਉੱਥੇ ਵੀ ਸੰਗਤ ਹੋਈ ਜਾਵੇਗੀ। ਆਪੇ ਆਪ ਵਰਤਦਾ ਹੈ, ਸਾਰੀਆਂ ਥਾਵਾਂ 'ਤੇ ਵਰਤਦਾ, ਪਰ ਵਿਸ਼ੇਸ਼ ਤੌਰ ਦੇ ਉੱਤੇ ਕਿੱਥੇ ਹੈ? ਸੰਗਤ ਦੇ ਵਿੱਚ। ਇਸ ਕਰਕੇ ਭਾਈ ਸੰਗਤ ਨਾ ਛੱਡਿਓ, ਸੰਗਤ ਕਰੋ। ਇੱਕ ਬਚਨ ਆਪਾਂ ਹੋਰ ਲੈ ਲਈਏ। ਇਹ ਉਦਾਹਰਣ ਹੈ ਜੰਤਰ ਦੀ, ਵਾਜੇ ਦੀ। ਹਾਰਮੋਨੀਅਮ ਟਾਈਪ ਹੋਵੇ, ਕੋਈ ਵੀ ਸਾਜ਼ ਹੋਵੇ, ਇੰਸਟਰੂਮੈਂਟ ਹੋਵੇ। ਜਿਉਂ ਜੰਤਰੀ ਹੱਥ ਜੰਤਰ ਲੈ ਸਭ ਰਾਗ ਵਜਾਏ। ਕਿਉਂਕਿ ਤੁਸੀਂ ਵੇਖੋ ਜਿਹੜਾ ਇੰਸਟਰੂਮੈਂਟ ਲੈ ਕੇ ਨਾ ਕੋਈ ਸਿੰਗਰ ਹੋਵੇ ਜਾਂ ਇੰਸਟਰੂਮੈਂਟ ਪਲੇ ਕਰਨ ਵਾਲਾ ਹੋਵੇ, ਉਹ ਹੱਥ ਦੇ ਵਿੱਚ ਹਾਰਮੋਨੀਅਮ ਲੈ ਲੈਂਦਾ ਹੈ, ਸਿਤਾਰ ਲੈ ਲੈਂਦਾ ਹੈ, ਅਤੇ ਫਿਰ ਕੀ ਕਰਦਾ? ਉਸ ਸਿਤਾਰ ਦੇ ਨਾਲ ਸਾਰੇ ਰਾਗ ਸੁਣਾਉਂਦਾ ਹੈ। ਰਾਗ ਦੇ ਤੁਸੀਂ ਹਾਰਮੋਨੀਅਮ ਦੇ ਤੁਸੀਂ 7 ਸੁਰਾਂ ਨੇ ਨਾ, ਆਪਾਂ ਕਈ ਵਾਰ ਕਹਿੰਦੇ ਹੁੰਦੇ ਹਾਂ ਵੀ ਸਾਰੇ ਗਮਾ ਪਾਦਾ ਨੀਸਾ ਹੀ ਹੈ ਤੇ ਸਰਗਮ ਹੀ ਹੈ, ਇਹੋ 7 ਸੁਰਾਂ ਨੇ। ਉਸੇ 7 ਦੇ ਵਿੱਚੋਂ ਵੇਖੋ ਭੈਰਵੀ ਨਿਕਲ ਜਾਂਦਾ ਹੈ, ਉਸੇ 7 ਦੇ ਵਿੱਚੋਂ ਤੁਸੀਂ ਆਸਾ ਗਾ ਲਓ, ਉਹਨਾਂ ਹੀ 7 ਦੇ ਵਿੱਚੋਂ ਤੁਸੀਂ ਵੇਖੋ ਮਾਰੂ ਗਾ ਲਓ, ਉਹਨਾਂ ਹੀ 7 ਦੇ ਵਿੱਚੋਂ ਤੁਸੀਂ ਮਲਾਰ ਗਾ ਲਓ। ਹੁਣ ਗਾਇਆ ਜਾ ਰਿਹਾ ਇਹਨਾਂ ਦਿਨਾਂ ਦੇ ਵਿੱਚ, ਹੈ ਤੇ 7 ਸੁਰਾਂ ਹੀ ਨੇ ਨਾ। ਹੈ ਤੇ ਸਿਤਾਰ ਦਾ ਸਾਈਜ਼ ਵੇਖੋ ਤੇ ਉਹੀ ਤਾਰਾਂ ਨੇ, ਉਹਨਾਂ 4 ਤਾਰਾਂ ਦੇ ਵਿੱਚੋਂ ਤਾਨਪੁਰੇ ਦੇ ਵਿੱਚੋਂ, ਤਾਨਪੁਰੇ ਦਾ ਚਲੋ ਸਾਊਂਡ ਹੀ ਇੱਕ ਹੁੰਦਾ ਹੈ, ਦਿਲਰੂਬਾ ਹੈ, ਹੋਰ ਸਾਜ਼ ਨੇ, ਉਹਨਾਂ ਦੇ ਵਿੱਚੋਂ ਕਿੰਨੇ ਰਾਗ ਨਿਕਲ ਆਉਂਦੇ ਨੇ। ਉਹੀ ਰਬਾਬ ਹੈ, ਕਿੰਨੇ ਰਾਗ ਨਿਕਲ ਆਉਂਦੇ ਨੇ। ਜਿਉਂ ਜੰਤਰੀ ਹੱਥ ਜੰਤਰ ਲੈ, ਜਿੱਦਾਂ ਵਾਜਾ ਵਜਾਉਣ ਵਾਲਾ ਹੱਥ ਦੇ ਵਿੱਚ ਵਾਜਾ ਲੈ ਕੇ, ਹਾਰਮੋਨੀਅਮ ਲੈ ਕੇ, ਸਾਜ਼ ਲੈ ਕੇ ਕਈ ਰਾਗ ਸੁਣਾਉਂਦਾ ਹੈ ਨਾ, ਆਪੇ ਸੁਣ ਸੁਣ ਮਗਨ ਹੋਏ। ਤੇ ਪਹਿਲਾਂ ਉਹਨਾਂ ਰਾਗਾਂ ਨੂੰ ਆਪ ਸੁਣਦਾ ਹੈ। ਆਪ ਜੀ ਜੇ ਕੀਰਤਨ ਕਰਦੇ ਹੋ ਨਾ, ਤੇ ਇੱਕ ਨਿਸ਼ਚਾ ਹੈ, ਜਿਹੜੀ ਗੱਲ ਜੇ ਬੋਲਣ ਲੱਗਿਆਂ ਤੁਸੀਂ ਨਹੀਂ ਸੁਣ ਪਾ ਰਹੇ ਤਾਂ ਤੁਹਾਨੂੰ ਇੰਝ ਲੱਗੇਗਾ ਵੀ ਸ਼ਾਇਦ ਸੁਣਾਈ ਹੀ ਨਹੀਂ ਜਾ ਰਹੀ। ਆਹ ਮਾਈਕ ਚੱਲਦੇ ਪਏ ਨੇ ਨਾ, ਮਾਫ਼ ਕਰਨਾ, ਇਹ ਫੋਨ ਦੇ ਵਿੱਚ ਰਿਕਾਰਡਿੰਗ ਇੱਦਾਂ ਵੀ ਹੋ ਜਾਂਦੀ ਹੈ ਵੀ ਤੁਹਾਨੂੰ ਕੁਝ ਨਾ ਸੁਣੇ ਤੇ ਇੱਦਾਂ ਵੀ ਰਿਕਾਰਡਿੰਗ ਹੋ ਜਾਵੇਗੀ, ਪਰ ਮੈਨੂੰ ਇੰਝ ਲੱਗੇਗਾ ਕਿ ਪਤਾ ਨਹੀਂ ਬੋਲਿਆ ਜਾ ਰਿਹਾ ਕਿ ਨਹੀਂ। ਇਹ ਤੁਹਾਡੇ ਨਾਲ ਵੀ ਹੋਵੇਗਾ, ਤੁਸੀਂ ਬੋਲਦੇ ਪਏ ਜੇ ਪਰ ਤੁਹਾਨੂੰ ਤੁਹਾਡਾ ਬੋਲਿਆ ਨਹੀਂ ਸੁਣਦਾ ਪਿਆ, ਤੁਸੀਂ ਇੰਝ ਲੱਗੇਗਾ ਵੀ ਪਤਾ ਨਹੀਂ ਬੋਲਦੇ ਪਏ ਹਾਂ ਕਿ ਅਸੀਂ ਨਹੀਂ। ਪਹਿਲੇ ਬੋਲ ਦਾ ਤੁਹਾਨੂੰ ਖੁਦ ਆਨੰਦ ਆਉਣਾ ਚਾਹੀਦਾ ਹੈ, ਤਾਂ ਹੀ ਅਗਲਾ ਸੁਣੇਗਾ। ਇਹ ਸ਼ਬਦ ਹੈ ਆਪੇ ਸੁਣ ਸੁਣ ਮਗਨ ਹੋਏ। ਜਿੱਦਾਂ ਸਾਜ਼ ਵਜਾਉਣ ਵਾਲਾ ਆਪਣੇ ਸਾਜ਼ ਨੂੰ ਵਜਾ ਕੇ ਤੇ ਆਪੇ ਹੀ ਮਗਨ ਹੋਈ ਜਾਂਦਾ। ਕਿਤੇ ਇੰਸਟਰੂਮੈਂਟ ਪਲੇ ਕਰਨ ਵਾਲਿਆਂ ਨੂੰ ਤੁਸੀਂ ਸੁਣੋਗੇ ਨਾ, ਇੰਨੇ ਮਗਨ ਹੋਏ ਹੁੰਦੇ ਨੇ ਕਿ ਬਸ ਆਪਣੇ ਆਨੰਦ ਦੇ ਵਿੱਚ ਜੀ ਰਹੇ ਹੁੰਦੇ ਨੇ, ਬਾਕੀ ਪੂਰੀ ਦੁਨੀਆ ਨਾਲੋਂ ਉਸ ਵੇਲੇ ਉਹ ਟੁੱਟੇ ਹੋਏ ਹੁੰਦੇ ਨੇ। ਆਪੇ ਗੁਣ ਗਾਏ ਤੇ ਗਾ ਵੀ ਆਪ ਲੈਂਦਾ ਹੈ। ਫਿਰ ਜਿੱਦਾਂ ਇੰਸਟਰੂਮੈਂਟ ਪਲੇ ਕਰਨ ਵਾਲਾ, ਸ਼ਬਦ ਸੁਰਤ ਲਿਵਲੀਨ ਹੋਏ, ਉਹਦੇ ਵਿੱਚ ਚੰਗੀ ਤਰ੍ਹਾਂ ਉਹਦੀ ਲਿਵ ਲੱਗੀ ਹੁੰਦੀ ਹੈ। ਜੋ ਬੋਲਦਾ ਹੈ ਉਹਨੂੰ ਸੁਣਦਾ ਹੈ, ਧਿਆਨ ਉਹਦਾ ਉੱਧਰ ਹੀ ਲੱਗਾ ਹੁੰਦਾ ਹੈ। ਇੱਕ ਹੋਰ ਪਾਸਾ, ਸੁਣਦਿਆਂ ਧਿਆਨ ਖਿੰਡ ਸਕਦਾ ਹੈ। ਮੈਂ ਕਥਾ ਕਰਦਾ ਪਿਆ ਹਾਂ ਨਾ, ਬਹੁਤ ਘੱਟ ਚਾਂਸ ਨੇ ਵੀ ਧਿਆਨ ਪਰੇ ਹੋ ਜਾਵੇ। ਜਦੋਂ ਅਸੀਂ ਗਾਉਂਦੇ ਹਾਂ ਬਹੁਤ ਘੱਟ ਚਾਂਸ ਹੁੰਦਾ ਵੀ ਸਾਡਾ ਧਿਆਨ ਹਿੱਲ ਜਾਵੇ। ਸੁਣਦਿਆਂ ਧਿਆਨ ਚਲਾ ਜਾਂਦਾ ਹੈ, ਮੈਂ ਸੁਣਾਂਗਾ ਧਿਆਨ ਪਰੇ ਚਲਾ ਜਾਂਦਾ ਹੈ ਵੀ ਕੋਈ ਨਹੀਂ, ਕਿਉਂਕਿ ਸੁਣਨ ਦੇ ਉੱਤੇ ਜ਼ਿੰਮੇਵਾਰੀ ਏਡੀ ਮਹਿਸੂਸ ਨਹੀਂ ਨਾ ਹੁੰਦੀ, ਪਰ ਜਦੋਂ ਬੋਲਦੇ ਪਏ ਸਾਨੂੰ ਧਿਆਨ ਰੱਖਣਾ ਪੈਂਦਾ ਵੀ ਕਿਹੜੀ ਗੱਲ ਬੋਲਣੀ ਹੈ। ਸੁਣਦਿਆਂ ਹਮੇਸ਼ਾ ਧਿਆਨ ਖਿੰਡ ਜਾਂਦਾ ਹੈ। ਸੁਣਨਾ ਔਖਾ ਹੈ, ਬੋਲਣਾ ਸੌਖਾ ਹੈ। ਸ਼ਬਦ ਸੁਰਤ ਲਿਵਲੀਨ ਹੋਏ, ਆਪਣੇ ਬੋਲੇ ਨੂੰ ਆਪੇ ਹੀ ਸੁਣਦਾ ਹੈ ਨਾ, ਜਿਵੇਂ ਸੁਰਤਾ ਲਿਵ ਲਾਏ, ਸਰੋਤਾ ਹੋ ਕੇ ਸੁਰਤ ਕਰਕੇ ਉਹਨੂੰ ਸੁਣਦਾ ਹੈ। ਦਾਤਾਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਬਿਲਕੁਲ ਰੱਬ ਵੀ ਇੱਦਾਂ ਹੀ ਕਰਦਾ ਪਿਆ ਹੈ। ਕਥਤਾ ਬਕਤਾ ਆਪ ਹੈ, ਜੀਵਾਂ ਦੇ ਵਿੱਚ ਕਥਨ ਕਰਨ ਵਾਲਾ, ਬਕਤਾ ਬੋਲਣ ਵਾਲਾ ਵੀ ਆਪ ਹੈ। ਸੁਰਤਾ ਲਿਵ ਲਾਏ, ਹਜ਼ੂਰ ਸ਼ਬਦ ਸੁਰਤ ਲਿਵਲੀਨ ਹੋਏ, ਆਪ ਰੀਝ ਰਿਝਾਏ। ਪਹਿਲਾਂ ਆਪ ਰੀਝਦਾ ਹੈ, ਆਪ ਪ੍ਰਸੰਨ ਹੁੰਦਾ ਹੈ, ਫਿਰ ਦੂਜਿਆਂ ਨੂੰ ਰਿਝਾਉਂਦਾ ਹੈ। ਕਥਤਾ ਬਕਤਾ ਆਪ ਹੈ, ਸੁਰਤਾ ਲਿਵ ਲਾਏ, ਭਾਈ ਜੀਵਾਂ ਦੇ ਵਿੱਚ ਬੈਠਾ ਸੁਣਦਾ ਵੀ ਆਪ ਹੈ। ਇਹਨੂੰ ਇੱਦਾਂ ਸਮਝ ਲਓ ਅਤੇ ਮਹਿਸੂਸ ਕਰਿਓ, ਤੁਹਾਡੇ ਵਿੱਚ ਬੈਠਾ ਸੁਣਦਾ ਵੀ ਹੁਣ ਆਪ ਪਿਆ ਹੈ, ਅਤੇ ਜੇ ਮੈਂ ਬੋਲਦਾ ਪਿਆ ਹਾਂ ਅਤੇ ਮੇਰੇ ਵਿੱਚ ਬੈਠਾ ਵੀ ਆਪ ਬੋਲਦਾ ਪਿਆ ਹੈ। ਜਦੋਂ ਤੁਸੀਂ ਬੋਲੋਗੇ ਤੁਹਾਡੇ ਵਿੱਚ ਉਹ ਬੋਲੇਗਾ ਅਤੇ ਇੱਧਰ ਸੁਣੇਗਾ ਉਹ, ਬਸ ਇੰਨਾ ਕੁ ਫਰਕ ਹੈ। ਪਰ ਇਹ ਮਹਿਸੂਸ ਹੋਣ ਦੀਆਂ ਗੱਲਾਂ ਨੇ। ਆਪੇ ਆਪ ਵਿਸਮਾਦ ਹੋਏ, ਅਤੇ ਆਪ ਹੀ ਹੈਰਾਨ ਹੋਈ ਜਾਂਦਾ ਹੈ। ਜਿੱਦਾਂ ਅਸੀਂ ਕਿਸੇ ਦੀ ਗੱਲ ਸੁਣ ਕੇ ਹੈਰਾਨ ਹੋ ਗਏ। ਆਪੇ ਆਪ ਵਿਸਮਾਦ ਹੋਏ, ਸਰਬੰਗ ਸਮਾਏ, ਸਾਰਿਆਂ ਅੰਗਾਂ ਦੇ ਵਿੱਚ, ਮਤਲਬ ਸਾਰੀ ਕਾਇਨਾਤ ਦੇ ਵਿੱਚ ਸਮਾਇਆ ਹੋਇਆ ਹੈ। ਆਪੇ ਆਪ ਵਰਤਦਾ। ਫਿਰ ਉਹੀ ਗੱਲ ਆ ਗਈ, ਭਾਈ ਆਪ ਹੀ ਰੱਬ ਸਾਰੀਆਂ ਥਾਵਾਂ ਦੇ ਉੱਤੇ ਵਰਤਦਾ ਹੈ।
ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮੁਖ ਪਤੀ ਆਏ। ਜਿਹੜਾ ਗੁਰਮੁਖ ਹੈ ਨਾ ਉਹ ਇਸ ਗੱਲ ਦੇ ਉੱਤੇ ਪ੍ਰਤੀਤ ਰੱਖਦਾ ਹੈ। ਇਹਦਾ ਭਰੋਸਾ ਕੇਵਲ ਤੇ ਕੇਵਲ ਗੁਰਮੁਖ ਨੂੰ ਹੈ, ਹਰ ਕਿਸੇ ਨੂੰ ਨਹੀਂ। ਹਰ ਕਿਸੇ ਨੂੰ ਕਹਿ ਦਿਓ ਵੀ ਰੱਬ ਸਾਰੀਆਂ ਥਾਵਾਂ ਦੇ ਉੱਤੇ ਆ, ਤੇ ਅਗਲਾ ਕਹਿ ਦਿੰਦਾ ਲਿਆ ਦਿਖਾਓ ਫਿਰ ਕਿੱਥੇ ਹੈ। ਕਿਉਂਕਿ ਯਕੀਨ ਹੋਵੇ ਤੇ ਬੰਦਾ ਵਿਖਾ ਦੇ ਨਾ। ਮਰਜ਼ ਕੀ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਭਾਈ ਆਪ ਸਾਰੀਆਂ ਥਾਵਾਂ ਤੇ ਵਰਤਦਾ ਪਿਆ ਹੈ। ਜਿੱਦਾਂ ਵਾਜਾ ਵਜਾਉਣ ਵਾਲਾ ਆਨੰਦ ਲੈ ਰਿਹਾ ਹੈ ਨਾ, ਰੱਬ ਇੱਦਾਂ ਆਪਣੀ ਸ੍ਰਿਸ਼ਟੀ ਦਾ ਆਨੰਦ ਲੈ ਰਿਹਾ ਹੈ। ਸੁਣਦਾ ਵੀ ਆਪ ਹੈ ਜੀਵਾਂ ਦੇ ਵਿੱਚ, ਬੋਲਦਾ ਵੀ ਆਪ ਹੈ। ਪਰ ਕਿਸੇ ਗੁਰਮੁਖ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ। ਇਹ ਗੁਰਮੁਖ ਹੋਣ ਦੀ ਇੱਕ ਪਦਵੀ ਹੈ। ਗੁਰਮੁਖ ਹੋਣਾ ਕੀ ਹੈ, ਇਹ ਅਲੱਗ ਸਬਜੈਕਟ ਹੈ। ਸਤਿਗੁਰੂ ਕਿਰਪਾ ਕਰਨ, ਦੋ ਵਿਚਾਰਾਂ ਅਸੀਂ ਸਮਝੀਆਂ ਨੇ ਵੀ ਹੈ ਮਾਲਕ ਸਾਰੀਆਂ ਥਾਵਾਂ ਦੇ ਉੱਤੇ, ਪਰ ਸੰਗਤ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਵਰਤਦਾ ਹੈ। ਇਸ ਕਰਕੇ ਸੰਗਤ ਨਾ ਛੱਡੀਏ, ਸੰਗਤ ਨੂੰ ਸਮਝੋ। ਸੰਗਤ ਦਾ ਮਤਲਬ ਸਿਰਫ ਆਉਣ ਜਾਣਾ ਨਾ ਹੋ ਜਾਵੇ। ਸੰਗਤ ਦਾ ਮਤਲਬ ਹੈ ਜਿਉਂਦਿਆਂ ਬੰਦਿਆਂ ਦੇ ਵਿੱਚ ਆਪ ਜੀ ਪੈਣਾ, ਜੀ ਦਾਨ ਦੇ ਭਗਤੀ ਲਾਇਨ ਵਾਲੀ ਗੱਲ। ਫਿਰ ਹੈ ਮਾਲਕ ਸਾਰੀਆਂ ਥਾਵਾਂ ਦੇ ਉੱਤੇ, ਪਰ ਗੁਰਮੁਖਾਂ ਨੂੰ ਇਸ ਗੱਲ ਦੀ ਪ੍ਰਤੀਤ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਨਮੁਖ ਭਰਮ ਭੁਲਾਇਆ। ਇਸ ਕਰਕੇ ਉਹ ਗੁਰਮੁਖ ਜਿਨ੍ਹਾਂ ਨੂੰ ਪ੍ਰਤੀਤ ਹੈ, ਯਕੀਨ ਹੈ, ਉਸ ਪਦਵੀ ਦੇ ਉੱਤੇ ਅਸੀਂ ਪਹੁੰਚਣਾ ਹੈ। ਇਹ ਦੋ ਪੌੜੀਆਂ ਅਸੀਂ ਵਿਚਾਰੀਆਂ ਨੇ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।